ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਸਤਸੰਗੀ ਜਨੋ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਫਤਿਹ ਪ੍ਰਵਾਨ ਕਰੋ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਗੁਰ ਸ਼ਬਦ ਨੂੰ, ਗੁਰਬਾਣੀ ਨੂੰ ਸਿੱਖ ਜਗਤ ਹੀ ਨਹੀਂ, ਅਸਲ ਵਿੱਚ ਸਾਰਾ ਸੰਸਾਰ ਸ਼ਬਦ ਨੂੰ ਗੁਰੂ ਹੀ ਕਹਿੰਦਾ ਹੈ। ਅਸੀਂ ਇਹ ਬਚਨ ਪੜ੍ਹਦੇ ਹਾਂ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ, ਸੇਵਕ ਜਨ ਮਾਨੈ। ਫਿਰ ਨਤੀਜਾ ਕੀ ਹੈ? ਪ੍ਰਤੱਖ ਗੁਰੂ ਨਿਸਤਾਰੇ। ਫਿਰ ਇਥੋਂ ਇੱਕ ਗੱਲ ਬਿਲਕੁਲ ਪੱਕੀ ਹੈ ਵੀ ਸਿੱਖ ਦੇ ਜੀਵਨ ਦੇ ਵਿੱਚ ਜੇ ਉਹ ਚਾਹੁੰਦਾ ਹੈ ਕਿ ਮੈਂ ਪਾਰ ਹੋ ਜਾਵਾਂ, ਉਹ ਬਾਣੀ ਦੇ ਨਾਲ ਜ਼ਰੂਰ ਜੁੜੇ। ਸਤਿਗੁਰ ਕਹਿੰਦੇ, ਸਿੱਖਾ ਆਇਓ ਸੁਨਨ ਪੜਨ ਕੋ ਬਾਣੀ। ਤੂੰ ਆਇਆ ਹੀ ਗੁਰੂ ਦੀ ਬਾਣੀ ਨੂੰ ਸੁਣਨ ਵਾਸਤੇ ਹੈ, ਪੜਨ ਵਾਸਤੇ ਹੈ, ਸਮਝਣ ਵਾਸਤੇ ਹੈ। ਹੁਣ ਉਸੇ ਉਪਰਾਲੇ ਨੂੰ ਅਸੀਂ ਹਰ ਰੋਜ਼ ਕਰਦੇ ਹਾਂ। ਸਤਿਗੁਰ ਕਹਿਣ ਲੱਗੇ, ਤੂੰ ਬਾਣੀ ਸੁਣ, ਬਾਣੀ ਪੜ, ਬਾਣੀ ਵਿਚਾਰ। ਅਸੀਂ ਨਿਤਨੇਮ ਦਾ ਪਾਠ ਕਰਦੇ ਹਾਂ, ਗੁਰਦੁਆਰਾ ਸਾਹਿਬ ਆਉਂਦੇ ਹਾਂ, ਸਹਿਜ ਪਾਠ ਕਰਦੇ ਹਾਂ, ਕੀਰਤਨ ਕਰਦੇ ਹਾਂ, ਸੁਣਦੇ ਹਾਂ, ਵਿਚਾਰ ਹੁੰਦੀ ਹੈ, ਸੁਣਦੇ ਹਾਂ। ਤੇ ਅਕਸਰ ਇੱਕ ਸਵਾਲ ਕੋਈ ਕਰ ਸਕਦਾ ਹੈ, ਸੁਣਨ ਨਾਲ ਕੀ ਹੋ ਜਾਂਦਾ ਹੈ? ਤੁਸੀਂ ਹਰ ਰੋਜ਼ ਗੁਰੂ ਘਰ ਜਾਂਦੇ ਹੋ ਬਾਣੀ ਨੂੰ ਸੁਣਨ ਵਾਸਤੇ, ਕਈ ਵਾਰੀ ਹੁਕਮ ਉਹੀ ਆ ਜਾਂਦਾ ਜੋ ਕੱਲ ਸੀ, ਹਫ਼ਤੇ ਬਾਅਦ ਆ ਜਾਂਦਾ ਹੈ, 1 ਮਹੀਨੇ ਬਾਅਦ ਆ ਜਾਂਦਾ ਹੈ। ਤੁਸੀਂ ਫਿਰ ਉਸੇ ਨੂੰ ਸੁਣਦੇ ਹੋ। ਇਹਦਾ ਲਾਭ ਕੀ ਹੈ? ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜਪਜੀ ਸਾਹਿਬ ਦੀ ਬਾਣੀ ਇਹਦਾ ਜਵਾਬ ਦਿੰਦੀ ਹੈ। ਸਿੱਖਾ ਤੂੰ ਸੁਣਤੇ ਸਹੀ, ਸੁਣਨ ਨਾਲ ਕੀ ਹੁੰਦਾ ਹੈ? ਅਸੀਂ ਬਾਣੀ ਕਿਉਂ ਸੁਣਦੇ ਹਾਂ? ਅਸੀਂ ਆ ਰੱਬ ਜੀ ਤੋਂ ਵਿਛੜੇ ਹੋਏ, ਕਿਰਤ ਕਰਮ ਕੇ ਵਿਛੜੇ ਹੋਏ ਆ। ਤੇ ਵਿਛੜਿਆ ਹੋਇਆਂ ਦੇ ਜੀਵਨ ਵਿੱਚ ਕਦੇ ਵੀ ਖੁਸ਼ਹਾਲੀ ਨਹੀਂ ਜੇ ਹੁੰਦੀ। ਕੋਈ ਬੱਚਾ ਵਿਛੜ ਜਾਏ ਮਾਪਿਆਂ ਤੋਂ, ਉਹਦੇ ਪੱਲੇ ਰੋਣਾ ਹੈ, ਖੁਸ਼ੀ ਨਹੀਂ ਹੈ। ਕੋਈ ਵਿਛੜ ਜਾਏ ਆਪਣਿਆਂ ਤੋਂ, ਉਹਦੇ ਪੱਲੇ ਰੋਣਾ ਹੈ। ਇੱਕ ਪਾਣੀ ਦੇ ਸੋਮੇ ਤੋਂ ਥੋੜਾ ਜਿਹਾ ਪਾਣੀ ਵੱਖਰਾ ਹੋ ਜਾਏ, ਉਤੇ ਗੰਦਗੀ ਜੰਮਣ ਲੱਗ ਪੈਂਦੀ ਹੈ, ਮੱਛਰ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹੈ, ਹੌਲੀ ਹੌਲੀ ਉਹ ਚਿੱਕੜ ਬਣ ਜਾਂਦਾ। ਕਿਉਂ? ਵਿਛੜ ਗਿਆ। ਤੇ ਅਸੀਂ ਵੀ ਤੇ ਵਿਛੜ ਗਏ, ਤੇ ਵਿਛੜਨ ਕਰਕੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਛਿਆ। ਇਹ ਵੀ ਤੇ ਚਿੱਕੜ ਹੀ ਬਣ ਗਿਆ ਨਾ। ਮੇਰੇ ਮਾਲਕ ਕਹਿੰਦੇ ਬਾਣੀ ਨੂੰ ਸੁਣਨਾ ਇਸ ਕਰਕੇ ਹੈ ਵੀ ਜਿੱਤੋਂ ਤੂੰ ਵਿਛੜਿਆ ਉਹਦੇ ਨਾਲ ਜੁੜਨ ਦਾ ਢੰਗ ਤੈਨੂੰ ਪਤਾ ਲੱਗ ਜਾਏ। ਅਸੀਂ ਰੋਜ਼ ਪੜ੍ਹਦੇ ਹਾਂ, ਸੁਣਿਆ ਜੋਗ ਜੁਗਤ। ਜੋਗ ਦਾ ਅਰਥ ਹੈ ਜੁੜਨਾ, ਜੁਗਤ ਦਾ ਅਰਥ ਹੈ ਜੁਗਤੀ, ਢੰਗ ਤਰੀਕਾ। ਸਾਨੂੰ ਬਹੁਤਿਆਂ ਨੂੰ ਰੱਬ ਨਾਲ ਜੁੜਨ ਦੀ ਜੁਗਤੀ ਦਾ ਵੀ ਨਹੀਂ ਪਤਾ, ਢੰਗ ਦਾ ਵੀ ਨਹੀਂ ਪਤਾ। ਹਜ਼ੂਰ ਕਹਿੰਦੇ ਤੂੰ ਗੁਰੂ ਕੋਲ ਬੈਠ, ਗੁਰੂ ਦੇ ਬਚਨ ਸੁਣ, ਤੈਨੂੰ ਰੱਬ ਦੇ ਨਾਲ ਜੁੜਨ ਦਾ ਢੰਗ ਪਤਾ ਲੱਗ ਜਾਏਗਾ। ਜਦੋਂ ਅਸੀਂ ਪਾਵਨ ਬਚਨ ਪੜ੍ਹਦੇ ਹਾਂ, ਸਤਿਗੁਰ ਕਹਿੰਦੇ ਤੈਨੂੰ ਰੱਬ ਦਾ ਮਹਿਲ ਚਾਹੀਦਾ? ਸੱਚੇ ਪਾਤਸ਼ਾਹ, ਹਾਂ ਮੈਂ ਚਾਹੁੰਦਾ ਵੀ ਰੱਬ ਦੇ ਮਹਿਲ ਤੱਕ ਮੈਂ ਪਹੁੰਚ ਜਾਵਾਂ। ਫਿਰ ਆ ਤੈਨੂੰ ਮੈਂ ਢੰਗ ਦੱਸਾਂ। ਸੁਣਨ ਦੇ ਨਾਲ ਪਤਾ ਲੱਗੇ ਨਾ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਇਹ ਹੁਣ ਜੁਗਤੀ, ਇਹ ਢੰਗ ਕਿ ਰੱਬ ਦਾ ਮਹਿਲ ਕਿਵੇਂ ਪ੍ਰਾਪਤ ਹੋਣਾ ਹੈ, ਇਹ ਸੁਣਾਂਗੇ ਤੇ ਪਤਾ ਲੱਗੇਗਾ ਨਾ। ਜੇ ਸੁਣਾਂਗੇ ਹੀ ਨਹੀਂ
ਤੇ ਸਾਨੂੰ ਰੱਬ ਨਾਲ ਜੁੜਨ ਦੀ ਜੁਗਤੀ ਦਾ ਨਹੀਂ ਪਤਾ ਲੱਗੇਗਾ। ਸੱਚੇ ਪਾਤਸ਼ਾਹ ਸਿਮਰਨ ਕਰਨਾ, ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਸਿਮਰਨ ਕਰਨ ਦਾ ਢੰਗ ਪਤਾ? ਸੱਚੇ ਪਾਤਸ਼ਾਹ ਤੁਸੀਂ ਦੱਸੋ। ਹਜ਼ੂਰ ਕਹਿਣ ਲੱਗੇ ਸਿਮਰਨ ਕਰਨਾ ਕਿਉਂ ਹੈ ਤੈਨੂੰ ਇਹਦਾ ਪਤਾ? ਸਿਮਰਨ ਕਰਨਾ ਕਿਵੇਂ ਹੈ ਤੈਨੂੰ ਇਹਦਾ ਪਤਾ? ਹੁਣ ਜੇ ਸੁਣਾਂਗੇ ਤੇ ਢੰਗ ਪਤਾ ਲੱਗ ਜਾਏਗਾ। ਪਹਿਲਾ ਹੀ ਸ਼ਲੋਕ 9ਵੇਂ ਪਾਤਸ਼ਾਹ ਜੀ ਦਾ, ਗੁਣ ਗੋਬਿੰਦ ਗਾਇਓ ਨਹੀਂ। ਕਈ ਕਹਿੰਦੇ ਰੱਬ ਦੇ ਗੁਣ ਕਿਉਂ ਗਾਈਏ, ਕਿਉਂ ਸਿਮਰਨ ਕਰੀਏ, ਕਿਉਂ ਬਾਣੀ ਪੜ੍ਹੀਏ? ਸਤਿਗੁਰ ਕਹਿੰਦੇ ਜੇ ਨਹੀਂ ਗਾਏ ਤੇ ਜਨਮ ਤੇ ਬੇਕਾਰ ਹੀ ਹੈ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਜੇ ਨਹੀਂ ਗਾਏ ਤੇ ਜਨਮ ਬੇਕਾਰ ਹੈ, ਪਤਾ ਹੀ ਨਹੀਂ ਲੱਗਣਾ ਕਰਨਾ ਕੀ ਤੇ ਕੀ ਨਹੀਂ ਕਰਨਾ। ਦੇਖੋ ਮੌਕਾ ਸਾਰਿਆਂ ਨੂੰ ਮਿਲ ਗਿਆ, ਮੈਨੂੰ ਵੀ ਤੁਹਾਨੂੰ ਵੀ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਵਾਰੀ ਤੇ ਮਿਲ ਗਈ, ਪਰ ਸਫਲ ਕਿਹਦੀ ਹੋਈ? ਲਾਭ ਕਿਨੇ ਪ੍ਰਾਪਤ ਕੀਤਾ? ਜਿਹਨੇ ਆ ਕੇ ਬਾਣੀ ਨੂੰ ਸੁਣਿਆ। ਜਿਹਨੇ ਗੁਣ ਹੀ ਨਹੀਂ ਗਾਏ ਉਹਦਾ ਜਨਮ ਤੇ ਬੇਕਾਰ ਹੋ ਗਿਆ। ਅਸੀਂ ਇਹ ਵੀ ਤੇ ਪਾਵਨ ਬਚਨ ਰੋਜ਼ ਪੜ੍ਹਦੇ ਹਾਂ ਨਾ, ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਹੈ ਤੇ ਗੁਣ ਸਨ ਪਰ ਗਲ ਗਏ, ਸੜ ਗਏ, ਬੇਕਾਰ ਹੋ ਗਏ। ਇਹਨਾਂ ਹੱਥਾਂ ਰਾਹੀਂ ਬੜਾ ਕੁਝ ਐਸਾ ਕੀਤਾ ਜਾ ਸਕਦਾ ਸੀ। ਰੱਬ ਜੀ ਕਹਿੰਦੇ ਸ਼ਾਬਾਸ਼। ਇਹਨਾਂ ਅੱਖਾਂ ਦੇ ਰਾਹੀਂ ਬੜਾ ਕੁਝ ਦੇਖਣ ਦਾ ਢੰਗ ਤਰੀਕਾ ਸਿੱਖਿਆ ਜਾ ਸਕਦਾ ਸੀ। ਰੱਬ ਜੀ ਕਹਿੰਦੇ ਕਮਾਲ ਹੈ, ਬਹੁਤ ਅੱਛਾ। ਪਰ ਅਸੀਂ ਇਹਨਾਂ ਅੱਖਾਂ ਦੇ ਰਾਹੀਂ ਇੰਜ ਵੇਖਿਆ, ਲਾਨਤ ਪੈ ਗਈ। ਇਹਨਾਂ ਹੱਥਾਂ ਦੇ ਨਾਲ ਐਸਾ ਕੁਝ ਕੀਤਾ, ਸ਼ਾਬਾਸ਼ ਨਹੀਂ ਮਿਲੀ, ਸਗੋਂ ਨਾਰਾਜ਼ਗੀ ਮਿਲ ਗਈ, ਕਿਉਂਕਿ ਢੰਗ ਨਹੀਂ ਸੀ ਪਤਾ। ਹਜ਼ੂਰ ਕਹਿਣ ਲੱਗੇ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਕਹੋ ਨਾਨਕ ਹਰ ਭਜ ਮਨਾ। ਹੁਣ ਜੁਗਤੀ, ਜੁਗਤੀ ਕਿਵੇਂ? ਜਿਵੇਂ ਜਲ ਨੂੰ ਮੀਨ ਸਿਮਰਦੀ ਹੈ, ਜੈਸੇ ਜਲ ਕੋ ਮੀਨ ਦੀ ਗੱਲ ਨੂੰ ਸਮਝ ਲਈ ਅਸੀਂ। ਇਹ ਢੰਗ ਅਸੀਂ ਦੂਜਿਆਂ ਕੋਲ ਢੰਗ ਪੁੱਛਣ ਲੱਗ ਪੈਂਦੇ ਆ ਜੀ ਸਿਮਰਨ ਕਿਵੇਂ ਕਰੀਏ। ਕੋਈ ਕਹਿੰਦਾ ਜੀ ਨੱਕ ਤੇ ਇੱਥੇ ਧਿਆਨ ਲਾਓ, ਕੋਈ ਕਹਿੰਦਾ ਮੱਥੇ ਤੇ ਲਾਓ, ਕੋਈ ਕਹਿੰਦਾ ਧੁੰਨੀ ਤੇ ਲਾਓ, ਕੋਈ ਕਹਿੰਦਾ ਭਰਵੱਟਿਆਂ ਤੇ ਲਾਓ। ਤੇ ਸਾਹਿਬ ਕਹਿੰਦੇ ਵੀ ਜੇ ਜੁਗਤੀ ਸਿੱਖਣੀ ਹੈ ਨਾ ਤੇ ਮੱਛੀ ਤੋਂ ਸਿੱਖ। ਜੇ ਕੋਈ ਮੱਛੀ ਨੂੰ ਲੈਕਚਰ ਦੇਵੇ ਵੀ ਬਾਹਰ ਵੀ ਦੁਨੀਆ ਹੈ, ਬਾਹਰ ਵੀ ਖਾਣ ਪੀਣ ਨੂੰ ਬਹੁਤ ਕੁਝ ਹੈ, ਪਾਣੀ ਵਿੱਚ ਰਹਿਣ ਵਾਲੇ ਕਈ ਜੀਵ ਬਾਹਰ ਆ ਗਏ, ਕੱਛੂ ਕੁੰਮਾ ਬਾਹਰ ਆ ਗਿਆ, ਮਗਰਮੱਛ ਬਾਹਰ ਆ ਗਿਆ, ਡੱਡੂ ਬਾਹਰ ਆ ਗਿਆ, ਤੂੰ ਵੀ ਬਾਹਰ ਆ ਜਾ। ਉਹ ਨਹੀਂ ਬਾਹਰ ਆਏਗੀ। ਕਿਉਂ? ਕਿਉਂਕਿ ਉਹਦਾ ਜੀਵਨ ਹੀ ਪਾਣੀ ਹੈ। ਪਾਣੀ ਤੋਂ ਬਾਹਰ ਕੱਢੋਗੇ ਉਸੇ ਵੇਲੇ ਤੜਫਣਾ ਸ਼ੁਰੂ ਆ, ਉਸੇ ਵੇਲੇ ਮੌਤ ਵੱਲ ਨੂੰ ਤਿਆਰੀ ਹੈ। ਹੁਣ ਇਹ ਪ੍ਰਤੀਕ ਹੈ ਵੀ ਤੂੰ ਬਾਣੀ ਨਾਲੋਂ ਪਾਸੇ ਹੋ ਜਾਏ, ਤੇਰੇ ਅੰਦਰ ਤੜਫਣੀ ਛਿੜ ਜਾਏ, ਤੈਨੂੰ ਸਾਹ ਲੈਣਾ ਔਖਾ ਹੋ ਜਾਏ, ਤੈਨੂੰ ਇੰਜ ਲੱਗੇ ਮੇਰੀ ਮੌਤ ਹੋ ਰਹੀ ਹੈ। ਪ੍ਰਭੂ ਦੇ ਨਾਮ ਨੂੰ ਭੁੱਲਣਾ ਹੀ ਅਸਲ ਵਿੱਚ ਮੌਤ ਹੈ। ਰੋਜ਼ ਪੜ੍ਹਦੇ ਹਾਂ, ਆਖਾਂ ਜੀਵਾਂ ਵਿਸਰੈ ਮਰ ਜਾਓ। ਇਹ ਤਾਂ ਹੀ ਹੋਏਗਾ ਨਾ ਜੇ ਪ੍ਰੀਤ ਹੈ। ਹੁਣ ਸਾਡੇ ਵਰਗਿਆਂ ਦਾ ਕਈਆਂ ਦਾ ਜਪਜੀ ਸਾਹਿਬ ਰਹਿ ਗਿਆ ਤੇ ਰਹਿ ਗਿਆ, ਸੋਦਰ ਬਾਣੀ ਰਹਿ ਗਈ ਤੇ ਰਹਿ ਗਈ, ਗੁਰਦੁਆਰਾ ਸਾਹਿਬ ਜਾਣਾ ਰਹਿ ਗਿਆ ਤੇ ਰਹਿ ਗਿਆ, ਕੀਰਤਨ ਕਥਾ ਨਹੀਂ ਸੁਣੀ, ਨਹੀਂ ਸੁਣੀ, ਅੱਜ ਦਾ ਹੁਕਮ ਨਹੀਂ ਸੁਣਿਆ, ਨਹੀਂ ਸੁਣਿਆ, ਕੋਈ ਫਰਕ ਹੀ ਨਹੀਂ ਪੈ ਰਿਹਾ। ਇਹਦਾ ਮਤਲਬ ਸਾਡੀ ਪ੍ਰੀਤ ਉਹ ਮੱਛੀ ਤੇ ਪਾਣੀ ਵਾਲੀ ਪ੍ਰੀਤ ਨਹੀਂ ਹੈ। ਬੰਦੇ ਦੇ ਅੰਦਰ ਕਿਸੇ ਕਰਕੇ, ਜੇ ਹਾਲਾਤਾਂ ਦੇ ਕਰਕੇ ਕੋਈ ਅੱਗੇ ਪਿੱਛੇ ਹੋ ਗਿਆ, ਕੋਈ ਲੇਟ ਹੋ ਗਏ, ਕੋਈ ਦੇਰ ਹੋ ਗਈ, ਨਹੀਂ ਜਾ ਸਕੇ, ਤੇ ਘੱਟੋ ਘੱਟ ਅੰਦਰ ਇੱਕ ਵਿਆਕੁਲਤਾ ਤੇ ਆਵੇ, ਅੱਜ ਰਹਿ ਗਿਆ ਕੁਛ, ਰਹਿ ਗਿਆ ਕੁਛ। ਹਜ਼ੂਰ ਕਹਿਣ ਲੱਗੇ ਇਉਂ ਜਪੋ ਜਿਵੇਂ ਮੱਛੀ ਪਾਣੀ ਨੂੰ ਜਪਦੀ ਹੈ। ਇਸ ਢੰਗ ਦੇ ਨਾਲ ਆ ਜੁਗਤੀ ਹੈ, ਢੰਗ ਹੈ। ਇਹ ਕਿਵੇਂ ਪਤਾ ਲੱਗੇਗਾ? ਜਦੋਂ ਬਾਣੀ ਕੋਲ ਬੈਠਾਂਗੇ। ਸਤਿਗੁਰ ਕਹਿਣ ਲੱਗੇ ਸੁਣਿਆ ਜੋਗ ਜੁਗਤ। ਧੰਨ ਗੁਰੂ ਨਾਨਕ ਸਾਹਿਬ ਜੀ ਕੋਲ ਜਿਨ੍ਹਾਂ ਨੇ ਸੁਣਿਆ ਨਾ, ਉਹਨਾਂ ਨੂੰ ਢੰਗ ਹੀ ਪਤਾ ਲੱਗ ਗਿਆ। ਢੰਗ ਬੜੇ ਇੱਥੇ ਇਸਤੇਮਾਲ ਕੀਤੇ ਜਾਂਦੇ ਸਨ।
ਹਜ਼ੂਰ ਕਹਿਣ ਲੱਗੇ ਤੂੰ ਬ੍ਰਾਹਮਣ ਬਣਨਾ ਹੈ, ਆ ਤੈਨੂੰ ਮੈਂ ਢੰਗ ਦੱਸਾਂ। ਭਗਤ ਜੀ ਕਹਿੰਦੇ ਤੂੰ ਬ੍ਰਾਹਮਣ ਬਣਨਾ ਹੈ, ਆ ਮੈਂ ਤੈਨੂੰ ਢੰਗ ਦੱਸਾਂ। ਜੋ ਬ੍ਰਹਮ ਵਿਚਾਰਿਆ ਦੀ ਗੱਲ ਸਮਝਾ ਦਿੱਤੀ। ਸੋ ਬ੍ਰਾਹਮਣ ਕਈਅਤ ਹੈ ਹਮਾਰੇ, ਜਿਹੜਾ ਬ੍ਰਹਮ ਦੀ ਵਿਚਾਰ ਕਰੇਗਾ ਬ੍ਰਾਹਮਣ ਭਰਾਵਾ ਉਹ ਹੀ। ਜੋ ਕਿਸੇ ਦੇ ਘਰ ਖਾਸ ਜਾਤੀ ਵਿੱਚ ਜਨਮ ਲੈ ਜਾਏ ਤੇ ਕਵੇ ਮੈਂ ਬ੍ਰਾਹਮਣ, ਨੂੰ ਬ੍ਰਾਹਮਣ ਨਹੀਂ ਕਹਿੰਦੇ। ਸੋ ਬ੍ਰਾਹਮਣ ਜੋ ਬਿੰਦੇ ਬ੍ਰਹਮ, ਜੋ ਬ੍ਰਹਮ ਨੂੰ ਪਹਿਚਾਣ ਲਵੇ ਉਹਨੂੰ ਬ੍ਰਾਹਮਣ ਕਹਿੰਦੇ ਆ। ਇਹ ਢੰਗ ਹੈ। ਕੋਈ ਖੱਤਰੀ ਆ ਜਾਏ, ਹਜ਼ੂਰ ਕਹਿਣ ਲੱਗੇ ਆ ਤੈਨੂੰ ਮੈਂ ਦੱਸਾਂ ਖੱਤਰੀ ਕਿਵੇਂ ਬਣੀਦਾ। ਢੰਗ ਜੁਗਤ ਖੱਤਰੀ ਸੋ ਜੋ ਕਰਮਾਂ ਕਾ ਸੂਰ ਹੈ। ਤੂੰ ਹੈ ਕਰਮਾਂ ਦਾ ਸੂਰਮਾ, ਹੈ ਤੇਰੇ ਕਰਮ ਐਸੇ ਚੰਗੇ ਤੂੰ ਮਾਣ ਕਰ ਸਕੇ। ਇੱਕ ਕਾਜ਼ੀ ਆਇਆ, ਸਤਿਗੁਰ ਕਹਿਣ ਲੱਗੇ ਆ ਤੈਨੂੰ ਢੰਗ ਦੱਸਾਂ ਕਾਜ਼ੀ ਕਿਵੇਂ ਬਣੀਦਾ। ਕਾਜ਼ੀ ਸੋ ਜੋ ਉਲਟੀ ਕਰੇ। ਜਿਵੇਂ ਸੰਸਾਰ ਚੱਲਦਾ ਤੂੰ ਵੀ ਉਵੇਂ ਚੱਲੀ ਜਾਂਦਾ, ਫਿਰ ਤੂੰ ਕਾਹਦਾ ਕਾਜ਼ੀ। ਕਾਜ਼ੀ ਤਾਂ ਉਹ ਹੈ ਜਿਹਦੀ ਚਾਲ ਇਸ ਜਗਤ ਤੋਂ ਉਲਟ ਹੋ ਜਾਏ। ਇਹ ਜਗਤ ਹੀ ਵਿਕਾਰਾਂ ਵਿੱਚ, ਤੂੰ ਵੀ ਵਿਕਾਰਾਂ ਵਿੱਚ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਹੁਣ ਜੇ ਤੂੰ ਕਾਜ਼ੀ ਬਣਨਾ ਤੇ ਤੇਰੀ ਜੀਵਨ ਜੋਗਤ ਆਮ ਸੰਸਾਰੀਆਂ ਨਾਲੋਂ ਵੱਖਰੀ ਚਾਹੀਦੀ ਹੈ। ਤੇ ਜੇ ਕੋਈ ਜੋਗੀ ਆਇਆ, ਮੇਰੇ ਮਾਲਕ ਕਹਿਣ ਲੱਗੇ ਆ ਤੈਨੂੰ ਦੱਸਾਂ ਜੋਗੀ ਦੀ ਜੁਗਤੀ ਕੀ ਆ ਵਿਭੂਤ ਲਗਾਇਆ ਤੇ ਕੋਈ ਜੋਗੀ ਨਹੀਂ ਬਣਦਾ। ਡੰਡਾ ਧਾਰਨ ਕਰਨ ਲੱਗਿਆ ਤੇ ਕੋਈ ਜੋਗੀ ਨਹੀਂ ਬਣਦਾ। ਆਪਣੇ ਸਿਰ ਦੇ ਵਾਲ ਕਟਾਉਣ ਦੇ ਨਾਲ ਤੇ ਕੋਈ ਜੋਗੀ ਨਹੀਂ ਬਣਦਾ। ਅੰਜਨ ਮਾਹੇ ਨਿਰੰਜਨ ਰਹੀ ਹੈ। ਇਸ ਸੁਰਮੇ ਵਿੱਚ, ਇਸ ਕਾਲਖ ਵਿੱਚ, ਇਸ ਮਾਇਆ ਵਿੱਚ ਹੀ ਰਹਿਣਾ ਹੈ, ਪਰ ਮਾਇਆ ਲੱਗਣ ਨਹੀਂ ਦੇਣੀ, ਕਾਲਖ ਲੱਗਣ ਨਹੀਂ ਦੇਣੀ। ਇਹ ਤੋਂ ਨਿਰਲੇਪ ਰਹਿਣਾ ਹੈ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਦਵੈਸ਼ ਨਿੰਦਿਆ ਚੁਗਲੀ ਤੈਨੂੰ ਪ੍ਰਭਾਵਿਤ ਨਾ ਕਰ ਸਕਣ। ਉਹਨੂੰ ਕਹਿੰਦੇ ਜੋਗੀ। ਉਹਨੂੰ ਜੋਗੀ ਦਾ ਅਰਥ ਜੁੜਿਆ ਹੋਇਆ। ਅੰਜਨ ਮਾਹੇ ਨਿਰੰਜਨ ਰਹੀ ਹੈ। ਮੇਰੇ ਮਾਲਕ ਨੇ ਆ ਜੁਗਤੀਆਂ ਦੱਸੀਆਂ, ਜੋਗ ਜੁਗਤ ਦੀ ਗੱਲ ਕੀਤੀ, ਢੰਗ ਦੱਸਿਆ। ਸਤਿਗੁਰ ਕਹਿਣ ਲੱਗੇ ਇਸ ਕਰਕੇ ਬਾਣੀ ਸੁਣ ਤੈਨੂੰ ਢੰਗ ਪਤਾ ਲੱਗ ਸਕੇ। ਜੀਣ ਦਾ ਢੰਗ ਹੀ ਨਹੀਂ ਆਇਆ ਸਾਨੂੰ ਖਾਣ ਦਾ ਢੰਗ ਨਹੀਂ ਆਇਆ। ਮੇਰੇ ਮਾਲਕ ਕਹਿਣਗੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਨਹੀਂ ਨਾ ਸਾਡੇ ਕੋਲ ਢੰਗ। ਖਾਣ ਦਾ ਢੰਗ, ਪਹਿਨਣ ਦਾ ਢੰਗ, ਤੁਰਨ ਦਾ ਢੰਗ ਸੁਣਨ ਦੇ ਨਾਲ ਪਤਾ ਲੱਗੇਗਾ। ਹਜ਼ੂਰ ਕਹਿੰਦੇ ਸੁਣਿਆ ਜੋਗ ਜੁਗਤ, ਸੁਣਨ ਦੇ ਨਾਲ ਪਤਾ ਲੱਗ ਜਾਂਦਾ ਰੱਬ ਦੇ ਨਾਲ ਜੁੜਨਾ ਕਿਵੇਂ ਹੈ। ਚੇਤੇ ਰੱਖਣਾ ਜ਼ਬਾਨ ਇੱਕ ਹੈ, ਕੰਨ ਦੋ ਹੈ। ਅਸੀਂ ਬੋਲਦੇ ਬਹੁਤ ਹਾਂ, ਸੁਣਦੇ ਬਹੁਤ ਘੱਟ ਹੈ। ਮੈਨੂੰ ਕਹਿ ਲੈਣ ਦੇਣਾ, ਅਸੀਂ ਬਾਣੀ ਪੜ੍ਹੀ ਬਹੁਤ ਹੈ, ਬਾਣੀ ਉਚਾਰਨ ਬਹੁਤ ਕੀਤੀ ਹੈ। ਮੈਂ ਇੱਕ ਇਸ਼ਾਰਾ ਰੱਖਾਂ ਆਪਣੇ ਸਾਹਮਣੇ ਵੀ, ਤੁਹਾਡੇ ਸਾਹਮਣੇ ਵੀ। ਜੇ ਆਪਾਂ ਜਪ ਬਾਣੀ ਦਾ ਪਾਠ ਕਰਕੇ ਆਏ ਹਾਂ ਤੇ ਸਵਾਲ ਆਪਣੇ ਅੰਦਰ ਪੈਦਾ ਕਰੀਏ। 4-4 ਵਾਰੀਆਂ ਕਈ ਪੰਕਤੀਆਂ ਉਹਦੇ ਵਿੱਚ ਆਈਆਂ, ਇੱਕੋ ਪੰਕਤੀ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ਼। 4 ਵਾਰੀ ਇਹ ਪੰਕਤੀ ਆਈ। ਆਪਣੇ ਅੰਦਰ ਸੋਚ ਕੇ ਵੇਖੀ ਵੀ ਮੈਂ ਇੱਕ ਵਾਰੀ ਵੀ ਸੁਣੀ ਹੈ, ਬੋਲੀ 4 ਵਾਰੀ ਹੈ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ। ਮਨ ਕੋਈ 4 ਵਾਰੀ ਇਹ ਪੰਕਤੀ ਪੜ੍ਹੀ ਹੈ ਕਿ ਇੱਕ ਵਾਰੀ ਵੀ ਸੁਣੀ ਹੈ, ਜ਼ਬਾਨ ਦੇ ਨਹੀਂ ਬੋਲੀ ਹੈ 4 ਵਾਰੀ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਲਗਭਗ 4 ਵਾਰੀ ਇਹ ਪੰਕਤੀ ਪੜ੍ਹੀ ਹੈ। ਇੱਕ ਵਾਰੀ ਨਾਨਕ ਨੀਚ ਕਹੈ ਵਿਚਾਰ, ਥੋੜਾ ਜਿਹਾ ਵੱਖਰੇ ਮੈਂ ਕਿ ਇੱਕ ਵਾਰੀ ਵੀ ਸੁਣੀ ਹੈ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। 4 ਵਾਰੀ ਇਹ ਪੰਕਤੀ ਪੜ੍ਹੀ ਹੈ ਕਿ ਇੱਕ ਵਾਰੀ ਵੀ ਸੁਣੀ ਹੈ। ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। 2 ਵਾਰੀ ਇਹ ਪੰਕਤੀ ਆਈ ਕਿ ਇੱਕ ਵਾਰੀ ਵੀ ਸੁਣੀ ਹੈ।
ਜੇ ਸਾਡਾ ਜਵਾਬ ਨਾ ਵਿੱਚ ਆਵੇ ਤਾਂ ਸੱਚੇ ਪਾਤਸ਼ਾਹ ਕਹਿਣਗੇ ਤੂੰ ਬੋਲਦਾ ਬਹੁਤ ਸੁਣਦਾ ਨਹੀਂ। ਤੇ ਜਿਹੜਾ ਕਿਸੇ ਦੀ ਗੱਲ ਸੁਣੇ ਨਾ ਉਹਨੂੰ ਕੀ ਕਹਿੰਦੇ? ਬੜੀ ਪਿਆਰੀ ਗੱਲ ਕਹੀ, ਕਹਿਣ ਲੱਗੇ ਦੁਨਿਆਵੀ ਭੋਜਨ ਬਣਾਉਣਾ ਜਿਹੜਾ ਹੈ ਨਾ ਔਖਾ ਹੈ, ਸੌਖਾ ਨਹੀਂ ਹੈਗਾ, ਔਖਾ ਹੈ। ਪਹਿਲਾਂ ਬੀਜ ਬੀਜਣਾ ਪਏਗਾ, ਫਿਰ ਫਸਲ ਹੋਏਗੀ, ਫਿਰ ਫਸਲ ਵੱਢਾਂਗੇ, ਫਿਰ ਕਣਕ ਕੱਢਾਂਗੇ, ਫਿਰ ਉਹਨੂੰ ਪਿਹਾਵਾਂਗੇ, ਆਟਾ ਬਣੇਗਾ, ਆਟਾ ਗੁੰਨਾਂਗੇ, ਪੇੜੇ ਕਰਾਂਗੇ, ਰੋਟੀਆਂ ਬਣਾਵਾਂਗੇ, ਅੱਗ ਦਾ ਇਸਤੇਮਾਲ ਕਰਾਂਗੇ, ਤਾਂ ਕਵਾਂਗੇ ਖਾਓ। ਐਜੀ ਸਬਜ਼ੀਆਂ ਉਗਾਵਾਂਗੇ, ਬਣਾਵਾਂਗੇ, ਫਿਰ ਕਵਾਂਗੇ ਖਾਓ। ਹਰ ਕੋਈ ਤੇ ਨਹੀਂ ਬਣਾ ਸਕਦਾ। ਬਣਾਉਣਾ ਔਖਾ ਹੈ, ਖਾਣਾ ਔਖਾ ਨਹੀਂ ਹੈ। ਕਿਸੇ ਨੂੰ ਵੀ ਖਵਾ ਦਿਓ, ਹਰ ਕੋਈ ਖਾ ਲੇਗਾ। ਹਰ ਕੋਈ ਬਣਾ ਨਹੀਂ ਸਕਦਾ, ਖਾ ਹਰ ਕੋਈ ਸਕਦਾ ਹੈ। ਪਰ ਸਿਆਣੇ ਕਹਿੰਦੇ ਨੇ ਅਧਿਆਤਮਿਕ ਜੀਵਨ ਦੇ ਵਿੱਚ ਪ੍ਰਭੂ ਦਾ ਨਾਮ ਦਾ ਭੋਜਨ ਬਣਾਉਣਾ ਸੌਖਾ ਹੈ। ਸਾਰੇ ਕਹੀਏ ਸਤਨਾਮ ਵਾਹਿਗੁਰੂ, ਬਣ ਗਿਆ ਭੋਜਨ। ਸਾਰੇ ਕਹੀਏ ਇੱਕ ਓੰਕਾਰ, ਬਣ ਗਿਆ ਭੋਜਨ। ਭੋਜਨ ਜਿਹੜਾ ਹੈ ਪਰੋਸਣਾ ਔਖਾ ਨਹੀਂ ਹੈ, ਖਾਣਾ ਔਖਾ ਹੈ, ਕਿਉਂਕਿ ਖਾਈ ਦਾ ਕੰਨਾਂ ਰਾਹੀਂ ਹੈ, ਸੁਣ ਕੇ। ਅਸੀਂ ਆਪਣੇ ਘਰਾਂ ਦੇ ਵਿੱਚ ਭੋਜਨ ਪਰੋਸਦੇ ਰੋਜ਼ ਆ, ਜਪਜੀ ਸਾਹਿਬ, ਆਨੰਦ ਸਾਹਿਬ, ਆਸਾ ਕੀ ਵਾਰ, ਪਰ ਖਾ ਨਹੀਂ ਪਾਉਂਦੇ, ਕਿਉਂਕਿ ਸੁਣਦੇ ਨਹੀਂ, ਸੁਣਦੇ ਨਹੀਂ। ਮੇਰੇ ਮਾਲਕ ਨੇ ਇਸ ਕਰਕੇ ਦੇਖੋ, ਆਇਓ ਸੁਣਨ, ਪੜਨ ਸ਼ਬਦ ਬਾਅਦ ਚੋਂ, ਪੜਨਾ ਇਸ ਕਰਕੇ ਵੀ ਸੁਣਨਾ ਹੈ। ਸੁਣਨਾ ਜ਼ਰੂਰੀ ਹੈ। ਕਿਉਂ? ਕਿਉਂਕਿ ਸੁਣਨ ਦੇ ਨਾਲ ਤੇ ਢੰਗ ਪਤਾ ਲੱਗਣਾ, ਸੁਣਿਆ ਜੋਗ ਜੁਗਤ। ਫਿਰ ਨਾਲ ਹੀ ਮੇਰੇ ਮਾਲਕ ਕਹਿਣਗੇ ਤਨ ਭੇਦ, ਤਨ ਸਾਡਾ ਹੈ, ਇਹਦੇ ਭੇਦ ਸਾਨੂੰ ਨਹੀਂ ਪਤਾ। ਸੁਣਨ ਦੇ ਨਾਲ ਪਤਾ ਲੱਗਦੇ ਨੇ। ਅਸੀਂ ਰੱਬ ਨੂੰ ਲੱਭ ਰਹੇ ਹਾਂ, ਸਤਿਗੁਰੂ ਜੀ ਕੋਲ ਗਏ, ਕਹਿੰਦੇ ਤੇਰੇ ਵਿੱਚ ਹੀ ਹੈ। ਇਸ ਤਨ ਦੇ ਵਿਚਲੇ ਭੇਦ ਨੂੰ ਆਪਾਂ ਸਮਝ ਨਹੀਂ ਪਾਏ। ਮੇਰੇ ਕੋਲ ਰੱਬ ਹੈ, ਸਤਿਗੁਰੂ ਕਹਿੰਦੇ ਹਾਂ ਤੇਰੇ ਵਿੱਚ ਹੀ ਹੈ, ਤੇਰੇ ਵਿੱਚ ਹੀ ਹੈ। ਔਰ ਜਿਸ ਨੂੰ ਇਹ ਗੱਲ ਸਮਝ ਆ ਜਾਏ, ਉਹਦੀ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ। ਮੇਰੇ ਕੋਲ ਰੱਬ ਹੈ, ਮੈਂ ਕੀ ਨਹੀਂ ਕਰ ਸਕਦਾ? ਮੇਰੇ ਵਿੱਚ ਮਾਲਕ ਬੈਠਾ ਹੈ, ਮੈਨੂੰ ਕਾਹਦਾ ਡਰ ਹੈ? ਕਿਹੜੀ ਐਸੀ ਚੀਜ਼ ਹੈ ਜੋ ਮੈਨੂੰ ਡਰਾ ਸਕਦੀ ਹੈ? ਕਿਹੜੀ ਐਸੀ ਚੀਜ਼ ਹੈ ਜੋ ਮੈਂ ਪ੍ਰਾਪਤ ਨਹੀਂ ਕਰ ਸਕਦਾ? ਕਿਉਂ? ਮੇਰੇ ਵਿੱਚ ਰੱਬ ਬੈਠਾ, ਰੱਬ ਦੀ ਪਾਵਰ ਮੇਰੇ ਕੋਲ ਹੈ। ਇਹੀ ਗੱਲ ਅਯੂਬ ਖਾਨ ਜੀ ਨੂੰ ਪਤਾ ਲੱਗ ਗਈ ਸੀ। ਮੇਰੇ ਵਿੱਚ ਮਾਲਕ ਬੈਠਾ, ਪਾਕਿਸਤਾਨ ਦੇ ਰਾਸ਼ਟਰਪਤੀ। ਕਿਹੜੀ ਐਸੀ ਚੀਜ਼ ਹੈ? ਉਹਨਾਂ ਦੀ ਕਦੇ ਜੀਵਨੀ ਪੜ੍ਹ ਕੇ ਵੇਖੀਏ। ਮਿਹਰਬਾਨ ਸਿੰਘ ਜੀ ਨੇ ਇਹ ਗੱਲ ਲਿਖੀ ਹੈ। ਮਿਲੇ ਸਨ ਉਹਨਾਂ ਨੂੰ, ਜਦੋਂ ਪਾਕਿਸਤਾਨ ਬਣਿਆ ਮਿਲੇ ਸਨ ਉਹਨਾਂ ਨੂੰ। ਤੇ ਜਦੋਂ ਵੇਖਿਆ ਵੀ ਜਿੱਥੇ ਆਪ ਬੈਠੇ ਨੇ ਉੱਥੇ ਸਾਹਮਣੇ ਮੂਲ ਮੰਤਰ ਲਿਖਿਆ। ਹੁਣ ਪਾਕਿਸਤਾਨ ਉੱਚ ਅਹੁਦਾ ਹੋਵੇ, ਮੁਸਲਮਾਨ ਧਰਮ ਹੋਵੇ ਤੇ ਮੂਲ ਮੰਤਰ ਲਿਖਿਆ ਹੋਵੇ। ਪੁੱਛ ਲਿਆ ਸੀ ਇਹ ਕੀ? ਕਹਿਣ ਲੱਗੇ ਸਿੱਖ ਹੋ ਕੇ ਤੈਨੂੰ ਨਹੀਂ ਪਤਾ ਹੈ ਕੀ? ਕਹਿਣ ਲੱਗੇ ਨਹੀਂ ਮੈਨੂੰ ਤੇ ਪਤਾ ਹੈ, ਪਰ ਮੇਰਾ ਸਵਾਲ ਇਹ ਹੈ ਵੀ ਮੈਂ ਸੋਚ ਨਹੀਂ ਸੀ ਸਕਦਾ ਵੀ ਤੁਹਾਡੇ ਘਰ ਵੀ ਹੋਏਗਾ। ਉਦੋਂ ਅਯੂਬ ਖਾਨ ਨੇ ਗੱਲ ਕਹੀ ਸੀ, ਕਹਿਣ ਲੱਗੇ ਮੈਂ ਅੱਜ ਜੋ ਕੁਛ ਵੀ ਹਾਂ ਇਹਦੇ ਕਰਕੇ। ਬਚਪਨ 'ਚ ਅੱਤ ਦਾ ਡਰਾਕਲ, ਸਕੂਲ ਦੇ ਵਿੱਚ ਹਰ ਰੋਜ਼ ਮਾਰ ਪੈਣੀ, ਡਰਿਆ ਹੋਇਆ ਮੈਂ ਪੜ੍ਹ ਹੀ ਨਹੀਂ ਸਕਦਾ, ਮੈਨੂੰ ਕੁਝ ਆਉਣਾ ਹੀ ਨਹੀਂ। ਸਕੂਲ ਤੋਂ ਇੰਨਾ ਖੌਫ ਵੀ ਘਰੋਂ ਤੁਰਿਆ ਮਦਰਸੇ ਵਾਸਤੇ, ਮਦਰਸੇ ਗਿਆ ਹੀ ਨਹੀਂ। ਘਰ ਅੱਬਾ ਦਾ ਖੌਫ, ਉਹ ਮਾਰੇਗਾ। ਝੋਲਾ ਚੁੱਕਣਾ, ਮਦਰਸੇ ਨਾ ਜਾਣਾ, ਪਰ ਸਮਾਂ ਤਾਂ ਬਤੀਤ ਕਰਨਾ ਹੈ ਨਾ। ਕਿਤੇ ਭਾਗ ਜਾ ਕੇ ਰਸਤੇ ਵਿੱਚ ਕੋਈ ਗੁਰਦੁਆਰਾ ਸਾਹਿਬ ਸਨ, ਉਹਦੀ ਪੌੜੀਆਂ ਤੇ ਬਹਿ ਗਏ। ਤੇ ਉੱਥੋਂ ਦੇ ਗ੍ਰੰਥੀ ਸਿੰਘ ਨੇ ਵੇਖਿਆ ਵੀ ਇੱਕ ਬੱਚਾ ਹੈ, ਉਹਦੇ ਹੱਥ ਵਿੱਚ ਝੋਲਾ ਹੈ, ਕਿਤਾਬਾਂ ਹੈ। ਹੁਣ ਵਾਰੇ ਵਾਰੇ ਜਾਈਏ, ਉਸ ਗ੍ਰੰਥੀ ਸਿੰਘ ਦੇ ਉੱਤੇ ਵੀ ਕਿੱਡਾ ਪਿਆਰ ਹੋਏਗਾ ਉਹਦੇ ਅੰਦਰ। ਉਹ ਆ ਕੇ ਕਹਿਣ ਲੱਗਾ ਪੁੱਤ ਮਦਰਸੇ ਨਹੀਂ ਗਿਆ?
ਉਹਨੇ ਵੇਖਿਆ ਚੋਰੀ ਫੜੀ ਗਈ, ਰੋਣ ਲੱਗ ਪਿਆ ਵੀ ਇਹ ਹੁਣ ਮੇਰੇ ਅੱਬਾ ਨੂੰ ਦੱਸਣਗੇ, ਫਿਰ ਮੈਨੂੰ ਮਾਰ ਪਏਗੀ। ਉਹਨੇ ਗਲੇ ਨਾਲ ਲਾਇਆ, ਕਹਿਣ ਲੱਗੇ ਪੁੱਤ ਰੋ ਨਾ, ਮੈਨੂੰ ਦੱਸ ਗੱਲ ਕੀ ਹੈ। ਉਹਨੇ ਸਾਰੀ ਗੱਲ ਦੱਸ ਦਿੱਤੀ ਵੀ ਮੈਨੂੰ ਨਹੀਂ ਪੜ੍ਹਾਈ, ਮੈਨੂੰ ਉਸਤਾਦ ਮਾਰਦਾ। ਕਿੰਨਾ ਪਿਆਰ ਹੋਏਗਾ ਉਸ ਗ੍ਰੰਥੀ ਸਿੰਘ ਦੇ ਅੰਦਰ। ਉਹ ਕਹਿਣ ਲੱਗੇ ਤੈਨੂੰ ਪਤਾ ਹੈ ਤੂੰ ਕਿੱਥੇ ਬੈਠਾ ਹੈ? ਧੁਰਕੀ ਬਾਣੀ ਦੇ ਕੋਲ, ਰੱਬ ਦੇ ਬੋਲਾਂ ਕੋਲ। ਆ ਤੈਨੂੰ ਮੈਂ ਦੱਸਾਂ, ਉਦੋਂ ਉਹਨਾਂ ਨੇ ਮੂਲ ਮੰਤਰ ਦਾ ਉਚਾਰਨ ਕੀਤਾ, ਲਿਖ ਦਿੱਤਾ ਪੰਜਾਬੀ ਦੇ ਵਿੱਚ। ਉਹ ਕਹਿਣ ਲੱਗਾ ਮੈਨੂੰ ਤੇ ਪੰਜਾਬੀ ਆਉਂਦੀ ਨਹੀਂ, ਕਹਿੰਦੇ ਮੈਂ ਬੋਲਦਾ, ਤੂੰ ਫਾਰਸੀ ਉਰਦੂ ਚ ਲਿਖ। ਉਹਨੇ ਫਿਰ ਲਿਖਿਆ, ਫਿਰ ਸਮਝਾਇਆ। ਪੁੱਤ ਬਾਬਾ ਨਾਨਕ ਕਹਿੰਦਾ ਇੱਕ ਓੰਕਾਰ, ਅੱਲਾ ਇੱਕ ਹੈ, ਸਾਰਿਆਂ ਵਿੱਚ ਰਹਿੰਦਾ ਹੈ, ਤੇਰੇ ਵਿੱਚ ਰਹਿੰਦਾ ਹੈ। ਤੂੰ ਮੈਨੂੰ ਦੱਸ ਜਿਹਦੇ ਕੋਲ ਅੱਲਾ ਰਹਿੰਦਾ ਉਹ ਹੈ ਐਸਾ ਕੰਮ ਜਿਹੜਾ ਨਾ ਕਰ ਸਕੇ? ਤੂੰ ਕੀ ਸਮਝਦਾ ਅੱਲਾ ਸਭ ਕੁਝ ਕਰ ਸਕਦਾ ਹੈ? ਕਹਿੰਦਾ ਹਾਂ ਸਭ ਕੁਝ ਕਰ ਸਕਦਾ ਹੈ। ਕਹਿੰਦੇ ਫਿਰ ਉਹ ਤੇਰੇ ਵਿੱਚ ਹੈ, ਤੂੰ ਕੀ ਨਹੀਂ ਕਰ ਸਕਦਾ? ਤੂੰ ਡਰਦਾ ਕਿਉਂ ਆ? ਤੂੰ ਭਰੋਸਾ ਰੱਖ ਕਿ ਮੈਂ ਕਰ ਸਕਦਾ। ਫਿਰ ਕਰਤਾ ਪੁਰਖ ਸਮਝਾਇਆ, ਕਰਤਾ ਦਾ ਮਤਲਬ ਸਭ ਕੁਝ ਕਰਨ ਵਾਲਾ ਅੱਲਾ ਹੈ। ਭਰੋਸਾ ਰੱਖ, ਤੇਰੇ ਵਿੱਚ ਬੈਠ ਕੇ ਵੀ ਸਭ ਕੁਝ ਕਰੇਗਾ। ਪੁਰਖ ਹੈ, ਸਾਰਿਆਂ 'ਚ ਵਿਆਪਕ, ਤੇਰੇ ਵਿੱਚ ਬੈਠਾ ਹੈ। ਕਹਿਣ ਲੱਗੇ ਮੈਂ ਇੰਨੇ ਵਿਸ਼ਵਾਸ ਨਾਲ ਭਰ ਗਿਆ, ਮੈਨੂੰ ਲੱਗਣ ਲੱਗ ਪਿਆ ਵੀ ਮੇਰੇ ਕੋਲ ਤਾਂ ਰੱਬ ਹੈ, ਮੈਂ ਕੀ ਨਹੀਂ ਕਰ ਸਕਦਾ। ਅਗਲੇ ਦਿਨ ਮੈਂ ਮਦਰਸੇ ਗਿਆ, ਇਹ ਸੋਚਦਾ ਹੋਇਆ ਵੀ ਮੇਰੇ ਨਾਲ ਮੇਰਾ ਅੱਲਾ ਜਾ ਰਿਹਾ, ਮੈਨੂੰ ਆਏਗਾ ਸਮਝ। ਕਹਿੰਦੇ ਉਹ ਪਹਿਲਾ ਦਿਨ ਸੀ ਜਿਸ ਦਿਨ ਮੈਨੂੰ ਮਾਰ ਨਹੀਂ ਪਈ। ਮੈਂ ਭਰੋਸੇ ਨਾਲ ਸੁਣਿਆ, ਮੈਨੂੰ ਆਇਆ। ਅੱਜ ਮੈਂ ਰਾਸ਼ਟਰਪਤੀ ਦੀ ਅਹੁਦੇ ਤੇ ਬੈਠਾ। ਚੇਤੇ ਰੱਖਣਾ, ਇਸ ਬਾਣੀ ਦੇ ਵਿੱਚ ਬੜੇ ਭੇਦ ਹੈ, ਇਸ ਤਨ ਵਿਚਲੇ ਭੇਦ। ਅਸੀਂ ਡਾਕਟਰ ਨੂੰ ਤਾਂ ਦਿਖਾ ਦਿੰਦੇ ਹਾਂ, ਡਾਕਟਰ ਚੈੱਕਅਪ ਵੀ ਕਰ ਲੈਂਦਾ ਹੈ ਤੇ ਚੈੱਕਅਪ ਕਰਕੇ ਕਹਿੰਦਾ ਓਕੇ ਰਿਪੋਰਟ ਹੈ, ਠੀਕ ਹੈ, ਕੋਈ ਘਾਟ ਨਹੀਂ। ਪਰ ਅਸੀਂ ਇਹ ਵੀ ਤੇ ਪੜ੍ਹਦੇ ਹਾਂ ਨਾ ਕਿ ਮੇਰਾ ਵੈਦ ਗੁਰੂ ਗੋਬਿੰਦਾ। ਇਸ ਵੈਦ ਨੂੰ ਵੀ ਤਾਂ ਦਿਖਾਉਣਾ ਚਾਹੀਦਾ ਨਾ। ਸੱਚੇ ਪਾਤਸ਼ਾਹ ਤੁਸੀਂ ਵੀ ਦੇਖੋ। ਤੇ ਹਜ਼ੂਰ ਕਹਿਣ ਲੱਗੇ ਠੀਕ ਹੈ ਮੈਂ ਵੀ ਦੇਖ ਲੈਣਾ, ਦਿਖਾ ਮੈਨੂੰ ਆਪਣੀਆਂ ਅੱਖਾਂ। ਤੇ ਅੱਖਾਂ ਦੇਖ ਕੇ ਸਤਿਗੁਰੂ ਜੀ ਕਹਿਣਗੇ ਵੀ ਮੁਸ਼ਕਲ ਹੈ, ਬੜਾ ਵੱਡਾ ਰੋਗ ਲੱਗ ਗਿਆ। ਲਿਆ ਤੇਰੇ ਕੰਨ ਦੇਖਾਂ, ਕੰਨ ਦੇਖ ਕੇ ਇੱਥੇ ਵੀ ਰੋਗ ਲੱਗਾ, ਮੁਸ਼ਕਲ ਹੈ, ਨਹੀਂ ਬਚ ਸਕਦਾ। ਜ਼ਬਾਨ ਦਿਖਾ, ਰੋਗ ਲੱਗਾ ਹੋਇਆ। ਤੇ ਅਸੀਂ ਕਹੀਏ ਸੱਚੇ ਪਾਤਸ਼ਾਹ ਮੈਨੂੰ ਤਾਂ ਮਸ਼ੀਨਾਂ 'ਚ ਕੱਢ ਕੇ ਚੈੱਕ ਕੀਤਾ ਵੀ ਰੋਗ ਕੋਈ ਨਹੀਂ। ਤੁਸੀਂ ਜਿਹੜਾ ਵੀ ਅੰਗ ਦੇਖਦੇ ਹੋ ਕਹਿੰਦੇ ਰੋਗ ਲੱਗਾ। ਤੁਹਾਨੂੰ ਕੀ ਦਿਸਦਾ ਹੈ? ਤੁਹਾਨੂੰ ਮੇਰੇ ਤਨ ਦੇ ਕਿਸ ਭੇਦ ਦਾ ਪਤਾ ਲੱਗਦਾ ਹੈ? ਹਜ਼ੂਰ ਕਹਿਣ ਲੱਗੇ ਦਿਸਦਾ ਹੈ। ਇਹਨੂੰ ਪਰਾਇਆ ਰੂਪ ਦੇਖਣ ਦਾ ਰੋਗ ਲੱਗਾ। ਜ਼ਬਾਨ ਨੂੰ ਸਵਾਦਾਂ ਦਾ ਚਸਕਾ ਲੱਗਾ ਹੋਇਆ। ਕੰਨਾਂ ਨੂੰ ਨਿੰਦਾ ਸੁਣਨ ਦਾ ਰੋਗ ਲੱਗਾ ਹੋਇਆ। ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ ਵਾਲੀ ਗੱਲ ਹੈ। ਰਸਨਾ ਸੋਈ ਲੋਭ ਮਿੱਠੇ ਸਾਧ, ਮਨ ਸੋਇਆ ਮਾਇਆ ਬਿਸਮਾਦ। ਇਸ ਤਨ ਦੇ ਭੇਦ ਕਿਥੋਂ ਪਤਾ ਲੱਗੇ? ਜੋ ਸੁਣਾਂਗੇ। ਸੁਣਿਆ ਜੋਗ ਜੁਗਤ ਤਨ ਭੇਦ ਮੇਰਾ ਮਾਲ ਦੱਸੇਗਾ। ਇਸ ਤਨ ਵਿੱਚ ਰੱਬ ਹੈ, ਇਸ ਤਨ ਵਿੱਚ ਹੀ ਵਿਕਾਰ ਵੀ ਹੈ। ਇਸ ਦੇਹੀ ਅੰਦਰ ਇਹਦੇ ਵਿੱਚ ਪੰਜ ਚੋਰ ਵਸੈ। ਹੁਣ ਜਿਹਦੇ ਘਰ ਵਿੱਚ ਪੰਜ ਚੋਰ ਵੜ ਆਣ ਤੇ ਉਹ ਆਰਾਮ ਨਾਲ ਸੁੱਤਾ ਹੋਵੇ, ਉਹਨੂੰ ਕੀ ਕਵਾਂਗੇ? ਜਿਹਦੇ ਘਰ ਪੰਜ ਚੋਰ ਵੜ ਆਣ ਤੇ ਉਹ ਚਿੰਤਾ ਹੀ ਨਾ ਕਰੇ, ਭਜਾਉਣ ਦਾ ਕੋਈ ਉਦਮ ਹੀ ਨਾ ਕਰੇ, ਸਗੋਂ ਉਹਨਾਂ ਨਾਲ ਦੋਸਤੀ ਪਾ ਲਵੇ, ਉਹਦਾ ਬਚਾਅ ਹੋ ਸਕਦਾ। ਹੁਣ ਇਹ ਸੁਣਨ ਦੇ ਨਾਲ ਪਤਾ ਲੱਗਦਾ ਹੈ ਤਨ ਵਿਚਲੇ ਭੇਦ। ਅੰਮ੍ਰਿਤ ਵੀ ਬਾਹਰ ਨਹੀਂ ਹੈ, ਅੰਮ੍ਰਿਤ ਵੀ ਅੰਦਰ ਹੀ ਹੈ। ਅੰਤਰ ਖੂਟਾ ਅੰਮ੍ਰਿਤ ਭਰਿਆ, ਇਹ ਵੀ ਸੁਣਨ ਦੇ ਨਾਲ ਹੀ ਪਤਾ ਲੱਗਦਾ ਹੈ। ਪੀਣਾ ਕਿਵੇਂ ਹੈ? ਜੁਗਤੀ
ਸ਼ਬਦੇ ਕਾਢ ਪੀਐ ਪਨਿਹਾਰੀ, ਸ਼ਬਦ ਦੇ ਰਾਹੀਂ ਕੱਢ ਕੱਢ ਕੇ ਇਹਨੂੰ ਪੀਤਾ ਜਾ ਸਕਦਾ ਹੈ। ਹੁਣ ਇਹ ਜੁਗਤੀ, ਇਹ ਤਨ ਵਿਚਲੇ ਭੇਦ ਸਾਨੂੰ ਤਾਂ ਹੀ ਪਤਾ ਲੱਗਣਗੇ ਜੇ ਅਸੀਂ ਗੁਰ ਸ਼ਬਦ ਕੋਲ ਬੈਠ ਕੇ ਇਹਨੂੰ ਪੜਾਂਗੇ, ਸੁਣਾਂਗੇ। ਮੇਰੇ ਮਾਲਕ ਕਹਿਣ ਲੱਗੇ, ਸੁਣਿਆ ਜੋਗ ਜੁਗਤ ਤਨ ਭੇਦ। ਫਿਰ ਕਈ ਵਾਰੀ ਕੋਈ ਕਹਿੰਦਾ ਵੀ ਸੁਣਦਿਆਂ ਨੂੰ ਤੇ ਹੋ ਗਏ 20 ਸਾਲ, ਸੁਣਦਿਆਂ ਨੂੰ ਤੇ ਹੋ ਗਏ 50 ਸਾਲ, ਗੱਲ ਬਣੀ ਨਹੀਂ। ਉਹੋ ਜਿਹੀ ਆ। ਦੂਜਾ ਵੀ ਕਹਿ ਸਕਦਾ ਹੈ ਵੀ ਤੂੰ ਰੋਜ਼ ਜਾਂਦਾ ਪਰ ਕੋਈ ਫਰਕ ਤੇ ਲੱਗ ਨਹੀਂ ਰਿਹਾ। ਪਹਿਲਾਂ ਵੀ ਗਾਲਾਂ ਕੱਢਦਾ ਸੀ, ਹੁਣ ਵੀ ਕੱਢਦਾ ਹੈ। ਪਹਿਲਾਂ ਵੀ ਤੇਰੇ ਸੁਭਾਅ ਵਿੱਚ ਤਲਖੀ ਸੀ, ਹੁਣ ਵੀ ਹੈ। ਮੈਨੂੰ ਤੇ ਕੋਈ ਫਰਕ ਨਜ਼ਰ ਨਹੀਂ ਆ ਰਿਹਾ। ਹੁਣ ਜੇ ਅਸੀਂ ਆਪਣੀ ਪੜਚੋਲ ਕਰਕੇ ਵੇਖੀਏ ਵੀ ਕੋਈ ਫਰਕ ਮੈਨੂੰ ਪੈ ਰਿਹਾ ਕਿ ਨਹੀਂ, ਜੇ ਜਵਾਬ ਨਾ ਵਿੱਚ ਆਏ ਫਿਰ ਤੇ ਸਾਡੇ ਅੰਦਰ ਵੀ ਕਤੋਖਲਾ ਪੈਦਾ ਹੋ ਜਾਏਗਾ ਵੀ ਗੱਲ ਕੀ ਬਣੀ। ਫਿਰ ਮਨੁੱਖ ਦੀ ਤਰਕ ਬੁੱਧੀ ਹੈ। ਮਨੁੱਖ ਹੌਲੀ ਹੌਲੀ ਫਿਰ ਆਪ ਹੀ ਕਹਿੰਦਾ ਕੋਈ ਲਾਭ ਨਹੀਂ, ਮੈਂ ਕਰਕੇ ਵੇਖ ਲਿਆ। ਅੱਜ ਕੱਲ ਬਹੁਤਾਤ ਐਸੇ ਵਿਚਾਰ ਦੇ ਲੋਕ ਨੇ, ਕੋਈ ਲਾਭ ਨਹੀਂ, ਘੜੀ ਮੁੜੀ ਪੜੀ ਜਾਓ ਕੋਈ ਲਾਭ ਨਹੀਂ, ਘੜੀ ਮੁੜੀ ਜਾਈ ਜਾਓ ਕੋਈ ਲਾਭ ਨਹੀਂ। ਤੇ ਐਸੇ ਮਨੁੱਖ ਫਿਰ ਇਸ ਨੂੰ ਪ੍ਰਚਾਰ ਬਣਾ ਲੈਂਦੇ, ਦੂਜੇ ਨੂੰ ਹਟਾ ਦਈਏ, ਦੂਜੇ ਨਾਲ ਗੱਲਾਂ ਕਰਨਗੇ ਜਾ ਕੇ। ਮੈਨੂੰ ਗੱਲ ਚੇਤੇ ਆ ਗਈ। ਇਸੇ ਤਰ੍ਹਾਂ ਕਿਸੇ ਥਾਂ ਉੱਤੇ ਗੁਰਮਤਿ ਕਲਾਸ ਲੱਗਦੀ ਹੈ, ਉੱਥੇ ਜਿਹੜੇ ਵਿਚਾਰਵਾਨ ਨੇ ਆ ਕੇ ਵਿਚਾਰ ਕਰਦੇ ਨੇ, ਤੇ ਇੱਕ ਬੰਦਾ ਆ ਜਾਂਦਾ, ਕਹਿੰਦਾ ਕਿਉਂ ਸਮਾਂ ਖਰਾਬ ਕਰਦੇ ਹੋ ਆਪਣਾ, ਸਮਾਂ ਬੜਾ ਕੀਮਤੀ ਹੈ, ਜਾਓ ਕੰਮਕਾਜ ਕਰਿਆ ਕਰੋ, ਰੋਜ਼ 1-2 ਘੰਟੇ ਖਰਾਬ ਕਰ ਲੈਂਦੇ, ਉੱਠੋ ਇੱਥੋਂ ਦੀ। ਹੁਣ ਜਿਹੜਾ ਵਿਚਾਰਵਾਨ ਸੀ ਉਹ ਮੁਸਕਰਾ ਗਿਆ, ਕਹਿਣ ਲੱਗਾ ਨਹੀਂ ਹੈ ਲਾਭ। ਉਹ ਚਲੇ ਗਿਆ। 2-4 ਦਿਨਾਂ ਬਾਅਦ ਫਿਰ ਆਇਆ, ਕਹਿੰਦਾ ਤੁਸੀਂ ਹਟੇ ਨਹੀਂ, ਕੀ ਲਾਭ ਹੋਇਆ? ਆ ਜਾਣਦਾ ਮੈਂ ਇਹਨੂੰ ਵੀ ਮੈਂ ਜਾਣਦਾ, ਇਹਦਾ ਵੀ ਮੈਨੂੰ ਪਤਾ ਹੈ, ਕੀ ਲਾਭ ਹੈ ਤੁਹਾਨੂੰ, ਉੱਠੋ ਉੱਠੋ ਇੱਥੋਂ ਦੀ। ਕੋਈ ਲੜਾਈ ਕਰਨ ਵਾਲੇ ਤੇ ਲੜਾਈ ਨੂੰ ਤਿਆਰ ਹੀ ਰਹਿੰਦੇ ਨੇ। ਹੁਣ ਜਿਹਦੇ ਅੰਦਰ ਸਹਿਜ ਸ਼ਾਂਤੀ ਹੋਵੇ ਉਹ ਚੁੱਪ ਰਹਿੰਦਾ। 2-4 ਵਾਰੀ ਇਦਾਂ ਦੀ ਘਟਨਾਵਾਂ ਘਟੀਆਂ। ਫਿਰ ਕਈ ਵਾਰ ਜੇ ਸਾਹਮਣੋਂ ਕੋਈ ਰੋਕੇ ਨਹੀਂ ਨਾ ਤੇ ਬੰਦੇ ਦਾ ਹੌਸਲਾ ਹੋਰ ਵਧੀ ਜਾਂਦਾ। ਇੱਕ ਦਿਨ ਆ ਕੇ ਕਹਿਣ ਲੱਗਾ ਵੀ ਮੈਂ ਹੀ ਕਰਦਾ ਇਹ ਪੁੰਨ ਦਾ ਕੰਮ, ਤੁਹਾਡੇ ਮੈਕ ਮੁੱਕ ਚੁੱਕ ਕੇ ਬਾਹਰ ਮਾਰਦਾ ਮੈਂ। ਉਦੋਂ ਕਿਤੇ 2 ਬੰਦੇ ਐਸੇ ਆਏ ਸਨ ਜੋ ਗਰਮ ਸਨ ਥੋੜੇ ਜਿਹੇ, ਉਹਨਾਂ ਨੂੰ ਗੱਲ ਪਤਾ ਲੱਗੀ ਵੀ ਚੌਥੇ ਦਿਨ ਆ ਕੇ ਤੰਗ ਕਰਦਾ ਹੈ। ਉਹ ਕਹਿਣ ਲੱਗੇ ਅਸੀਂ ਦੇਖਦੇ ਇਹਨੂੰ ਜਰਾ। ਉਹਨਾਂ ਨੇ ਆਪਣੀਆਂ ਬਾਹਾਂ ਜੀਆਂ ਚੜਾਈਆਂ, ਉਹ ਵੀ ਗਰਮ ਸਨ, ਉਹਨਾਂ ਨੇ ਵੀ ਗਰਮ ਗਰਮ ਸੁਣਾ ਦਿੱਤੀਆਂ 2-4। ਹੁਣ ਜਦੋਂ ਉਹਨੇ ਵੇਖਿਆ ਕਿ ਮੈਨੂੰ ਅਪ ਸ਼ਬਦ ਕਹੇ ਇਹਨਾਂ ਨੇ, ਉਹ ਕਿਹੜਾ ਘੱਟ ਸੀ, ਉਹਨੇ ਵੀ ਬਾਹਾਂ ਚਾੜ ਲਈਆਂ ਤੇ ਅੱਖਾਂ ਲਾਲ ਕਰਕੇ ਉੱਚੀ ਆਵਾਜ਼ ਦੇ ਵਿੱਚ ਬਹੁਤ ਉੱਚੀ ਉੱਚੀ ਬੋਲਿਆ, ਗੁੱਸੇ ਨਾਲ ਕੰਬਦਾ ਪਿਆ, ਕਚੀਚੀਆਂ ਲੈ ਲੈ ਕੇ ਆਵੇ। ਤੇ ਹੁਣ ਜਿਹੜਾ ਵਿਚਾਰਵਾਨ ਸੀ ਨਾ, ਬਾਣੀ ਨੂੰ ਪੜ੍ਹਨ ਵਾਲਾ, ਉਹ ਉੱਠਿਆ ਤੇ ਕਹਿਣ ਲੱਗੇ ਵੀ ਤੁਹਾਨੂੰ ਕੀ ਹੋ ਗਿਆ, ਤੁਸੀਂ ਕਿਉਂ ਇੰਨਾ ਉੱਚੀ ਬੋਲ ਰਹੇ ਹੋ? ਤੇ ਅੱਗੋਂ ਕਹਿਣ ਲੱਗਾ ਤੂੰ ਬੋਲ ਹੈ, ਤੈਨੂੰ ਪਤਾ ਨਹੀਂ ਇਹਨੇ ਕੀ ਕਿਹਾ, ਇਹਨੇ ਮੈਨੂੰ ਇਹ ਗੱਲ ਕਹੀ ਹੈ। ਉਹ ਕਹਿਣ ਲੱਗੇ ਹਾਂ ਮੈਂ ਸੁਣੀ ਹੈ ਇਹ ਗੱਲ, ਪਰ ਤੁਸੀਂ ਥੋੜੇ ਸ਼ਾਂਤ ਹੋ। ਕਹਿੰਦੇ ਸ਼ਾਂਤ ਕਿਵੇਂ ਹੋਵਾਂ ਮੈਂ, ਹੋਰ ਉੱਚੀ ਹੋ ਗਿਆ। ਉਹ ਕਹਿਣ ਲੱਗੇ ਅੱਜ ਜਿਹੜਾ ਸ਼ੰਕੇ ਦਾ ਬੀਜ ਤੂੰ ਬੀਜ ਰਿਹਾ ਸੀ ਨਾ ਸਾਡੇ ਵਿੱਚ, ਅੱਜ ਤੇਰੀ ਕਿਰਪਾ ਦੇ ਨਾਲ ਉਹ ਆਪੇ ਨਿਕਲ ਗਿਆ। ਕੀ ਮਤਲਬ? ਕਹਿਣ ਲੱਗਾ ਆ 2 ਸ਼ਬਦ ਇਹਨਾਂ ਨੇ ਕਹੇ ਤੇ ਗਲਤ ਸ਼ਬਦ ਕਹੇ, ਪਰ ਤੇਰੀਆਂ ਅੱਖਾਂ ਦਾ ਰੰਗ ਬਦਲ ਗਿਆ, ਤੇਰੀ ਆਵਾਜ਼ ਬਦਲ ਗਈ, ਬੋਲਣ ਦਾ ਢੰਗ ਬਦਲ ਗਿਆ, ਤੇਰੇ ਸਰੀਰ ਦੀ ਹਰਕਤ ਬਦਲ ਗਈ, ਤੇਰੇ ਚਿਹਰੇ ਦਾ ਰੰਗ ਬਦਲ ਗਿਆ, ਤੇਰੇ ਮੱਥੇ ਦਾ ਦਿੱਖ ਬਦਲ ਗਈ, ਤਿਉੜੀਆਂ ਪੈ ਗਈਆਂ। ਉਹ ਭਲਿਆ ਜੇ ਮਾੜਾ ਸ਼ਬਦ ਇੰਨਾ ਪ੍ਰਭਾਵ ਪਾ ਸਕਦਾ ਜੀਵਨ ਦੇ ਵਿੱਚ, ਤੇ ਸੱਚੀ ਬਾਣੀ ਕਿਉਂ ਨਾ ਪ੍ਰਭਾਵ ਪਾਏਗੀ। ਬਸ ਗੱਲ ਇੰਨੀ ਹੈ ਵੀ ਮਾੜੇ ਸ਼ਬਦ ਤੇ ਸੁਣ ਲਏ, ਮਾੜੇ ਸ਼ਬਦ ਆਪਣੇ ਹਿਰਦੇ ਵਿੱਚ ਰੱਖ ਲਏ, ਔਰ ਤੂੰ ਮੰਨ ਲਿਆ ਮੈਂ ਇਹ ਹੋ ਗਿਆ, ਮੈਨੂੰ ਇਹ ਕਿਹਾ। ਉਦਾਂ ਬਾਣੀ ਨਹੀਂ ਸੁਣਦੇ।
ਉਦਾਂ ਉਹਨੂੰ ਆਪਣੇ ਅੰਦਰ ਰੱਖ ਦਿੱਤਾ, 2 ਸਾਲ ਬਾਅਦ ਵੀ ਚੇਤੇ ਰਹੇਗਾ। ਇਹਨੇ ਮੈਨੂੰ ਇਹ ਗੱਲ ਕਹੀ ਹੈ। ਹੁਕਮ ਸਵੇਰੇ ਆਉਂਦਾ ਹੈ, ਸਾਨੂੰ ਪਤਾ ਹੀ ਨਹੀਂ ਹੁੰਦਾ 15 ਮਿੰਟਾਂ ਬਾਅਦ ਵੀ ਹੁਕਮ ਆਇਆ ਕਿਹੜਾ ਸੀ। ਸ਼ਬਦ ਦੀ ਸਥਾਈ ਦੀ ਪੰਕਤੀ ਬਾਰ-ਬਾਰ ਦੁਹਰਾਈ ਜਾਂਦੀ ਹੈ। 5 ਮਿੰਟਾਂ ਬਾਅਦ ਸ਼ਬਦ ਕਿਹੜੇ ਪੜ੍ਹ ਰਹੇ ਸੀ ਭਾਈ ਸਾਹਿਬ ਜੀ? ਕਿਉਂਕਿ ਉਨੀ ਇਕਾਗਰਤਾ ਦੇ ਨਾਲ ਨਹੀਂ ਸੁਣਿਆ ਜਿੰਨੀਆਂ ਦੂਜੀਆਂ ਗੱਲਾਂ ਅਸੀਂ ਸੁਣਦੇ ਹਾਂ। ਜੇ ਇੱਕ ਮਾੜੇ ਸ਼ਬਦ ਸਾਡੇ ਉੱਤੇ ਪ੍ਰਭਾਵ ਪਾ ਸਕਦੇ ਹਨ ਤੇ ਇਹ ਤੇ ਸੱਚੀ ਬਾਣੀ ਹੈ, ਇਹ ਤੇ ਧੁਰ ਕੀ ਬਾਣੀ ਹੈ, ਇਹ ਤੇ ਖਸਮ ਕੀ ਬਾਣੀ ਹੈ, ਇਹ ਤੇ ਨਿਰੰਕਾਰ ਦੀ ਬਾਣੀ ਹੈ, ਇਹ ਕਿਉਂ ਨਾ ਫਰਕ ਪਾਏਗੀ? ਹਾਂ, ਸੁਣ ਲਈਏ ਸਹੀ, ਸੁਣ ਲਈਏ ਸਹੀ। ਇਸ ਕਰਕੇ ਮੇਰੇ ਮਾਲਕ ਕਹਿਣ ਲੱਗੇ, ਹੁੰਦਾ ਹੈ ਭਾਈ, ਫਰਕ ਪੈਂਦਾ ਹੈ। ਸੁਣਿਆ ਸਤ ਸੰਤੋਖ ਗਿਆਨ ਆਉਂਦਾ ਹੈ, ਇਹ ਉਚਾਤਨ ਬਣੇਗਾ ਸੁਣਨ ਦੇ ਨਾਲ। ਸੰਤੋਖ ਜੀਵਨ ਵਿੱਚ ਆਏਗਾ, ਪਰ ਕੰਡੀਸ਼ਨ ਇੱਕੋ ਹੀ ਹੈ, ਸੁਣਨਾ ਚਾਹੀਦਾ। ਦੇਖੋ ਸਾਡੇ ਗਿਆਨ ਇੰਦਰੀ ਹੈ, ਜੇ ਜ਼ਬਾਨ ਗਿਆਨ ਦੇਣਾ ਬੰਦ ਕਰ ਦੇਵੇ ਕੀ ਹੋਏਗਾ? ਸਵਾਦ ਦਾ ਨਹੀਂ ਪਤਾ ਲੱਗੇਗਾ, ਸੇਬ ਖਾਧਾ ਕਿ ਕਰੇਲਾ ਖਾਧਾ ਨਹੀਂ ਪਤਾ ਲੱਗੇਗਾ, ਕਿਉਂਕਿ ਗਿਆਨ ਦੇਣਾ ਬੰਦ ਕਰ ਦਿੱਤਾ। ਨੱਕ ਗਿਆਨ ਦਿੰਦਾ ਹੈ, ਜੇ ਇਹ ਗਿਆਨ ਦੇਣਾ ਬੰਦ ਕਰ ਦੇਵੇ ਕੀ ਹੋਏਗਾ? ਨਹੀਂ ਪਤਾ ਲੱਗੇਗਾ ਖੁਸ਼ਬੂ ਹੈ ਕਿ ਬਦਬੂ ਹੈ। ਕੋਈ ਪਲਾਸਟਿਕ ਛੱਡ ਰਿਹਾ ਹੈ, ਕੋਈ ਦੁੱਧ ਉਬਲ ਰਿਹਾ ਹੈ, ਉਹਨੂੰ ਨਹੀਂ ਪਤਾ ਲੱਗੇਗਾ। ਇੰਨਾ ਹੀ ਹੋਏਗਾ ਨਾ, ਗੰਦਗੀ ਦੀ ਬੋ ਨਹੀਂ ਆਏਗੀ, ਸੁਗੰਧੀ ਦੀ ਖੁਸ਼ਬੂ ਵੀ ਨਹੀਂ ਆਏਗੀ। ਜੇ ਚਮੜੀ ਗਿਆਨ ਦੇਣਾ ਬੰਦ ਕਰ ਦਿੱਤਾ, ਕੋਈ ਜਨਮ ਹੋਇਆ ਉਹਦੀ ਚਮੜੀ ਗਿਆਨ ਨਹੀਂ ਦਿੰਦੀ, ਨਹੀਂ ਪਤਾ ਲੱਗੇਗਾ ਵੀ ਇਹ ਗਰਮ ਹੈ ਕਿ ਠੰਡਾ ਹੈ। ਹੱਥ ਲਾ ਕੇ ਦੇਖਦੇ ਨਾ ਚੀਜ਼ ਗਰਮ ਹੈ ਕਿ ਠੰਡੀ ਹੈ, ਇਹ ਖੁਰਦਰੀ ਹੈ ਕਿ ਮੁਲਾਇਮ ਹੈ, ਕੰਡੇ ਨੇ ਕਿ ਫੁੱਲਾਂ ਦੀ ਸੇਜ ਹੈ, ਨਹੀਂ ਪਤਾ ਲੱਗੇਗਾ, ਕਿਉਂਕਿ ਚਮੜੀ ਨੇ ਗਿਆਨ ਦੇਣਾ ਬੰਦ ਕਰ ਦਿੱਤਾ ਹੈ। ਅੱਖਾਂ 'ਚ ਚਲੀਆਂ ਜਾਣ ਹੈ ਘਾਟਾ, 5 ਮਿੰਟ ਦਾ ਰਸਤਾ ਘੰਟਿਆਂ ਬੱਧੀ ਦਾ ਬਣ ਜਾਂਦਾ, ਠੋਕਰਾਂ ਲੱਗਦੀਆਂ ਨੇ। ਪਰ ਫਿਰ ਵੀ ਤੁਸੀਂ ਵੇਖੋ, ਜਿਹਦੀਆਂ ਅੱਖਾਂ ਨਹੀਂ ਉਹ ਦਰਬਾਰ ਸਾਹਿਬ ਵਿੱਚ ਕੀਰਤਨ ਦੀ ਸੇਵਾ ਕਰ ਰਹੇ ਨੇ, ਜਿਨ੍ਹਾਂ ਦੀਆਂ ਅੱਖਾਂ ਨਹੀਂ ਉਹ ਉੱਚ ਅਹੁਦਿਆਂ ਤੇ ਵੀ ਨੇ। ਮੈਂ ਪਿੰਗਲਵਾੜੇ ਗਿਆ ਸੀ, ਜਿਨ੍ਹਾਂ ਦੀ ਅੱਖਾਂ ਨਹੀਂ, ਉਹਨੇ PhD ਕੀਤੀ ਇੱਕ ਬੱਚੀ ਨੇ। ਇਹਦਾ ਮਤਲਬ ਗਿਆਨ ਦੇ ਬੂਹੇ ਬੰਦ ਨਹੀਂ ਹੋਏ, ਭਾਵੇਂ ਕਿ ਚੈਲੰਜ ਸਾਹਮਣੇ ਆਏ ਕਈ, ਪਰ ਮੈਨੂੰ ਕਹਿ ਲੈਣ ਦੇਣਾ, ਬਚਪਨ ਵਿੱਚੋਂ ਹੀ ਜਿਹਦੇ ਕੰਨ ਕੰਮ ਕਰਨਾ ਬੰਦ ਕਰ ਜਾਣ। ਬੱਚੇ ਦਾ ਜਨਮ ਹੋਇਆ, ਕੰਨ ਕੰਮ ਨਹੀਂ ਕਰਦੇ, ਐਸੇ ਬੱਚੇ ਬੋਲ ਵੀ ਨਹੀਂ ਸਕਦੇ, ਤਾਂ ਹੀ ਗੂੰਗੇ ਬੋਲੇ ਬੱਚੇ ਕਿਹਾ ਜਾਂਦਾ। ਸੁਣ ਸੁਣ ਕੇ ਤੇ ਬੰਦਾ ਬੋਲਣਾ ਸਿੱਖਦਾ ਹੈ ਨਾ। ਹੁਣ ਕੰਨ ਕੰਮ ਨਹੀਂ ਕਰਦੇ, ਮਾਂ ਬੋਲਦੀ ਹੈ, ਬੱਚੇ ਨੂੰ ਸੁਣਦਾ ਹੀ ਨਹੀਂ, ਪਿਓ ਬੋਲਦਾ, ਬੱਚੇ ਨੂੰ ਸੁਣਦਾ ਹੀ ਨਹੀਂ, ਆਂਢ ਗੁਆਂਢ ਬੋਲਦੇ, ਬੱਚੇ ਨੂੰ ਸੁਣਦਾ ਨਹੀਂ। ਜ਼ਬਾਨ ਠੀਕ ਹੈ, ਪਰ ਇੱਕ ਸ਼ਬਦ ਵੀ ਨਹੀਂ ਉਚਾਰਨ ਕਰਦਾ। ਕਿਉਂ? ਕੰਨ ਨੇ ਕੰਮ ਨਹੀਂ ਕੀਤਾ ਤੇ ਜ਼ਬਾਨ ਬੋਲਣਾ ਨਾ ਸਿੱਖ ਸਕੀ। ਸੁਣ ਕੇ ਹੀ ਮਨੁੱਖ ਨੂੰ ਖਾਣਾ ਕਿਵੇਂ ਹੈ, ਤੁਰਨਾ ਕਿਵੇਂ ਹੈ, ਉੱਠਣਾ ਬੈਠਣਾ ਕਿਵੇਂ ਹੈ, ਸਲੀਕਾ ਕਿਵੇਂ ਕਰਨਾ ਹੈ। ਐਸੇ ਬੱਚੇ ਅਕਸਰ ਵੇਖੇ ਜਾਂਦੇ ਨੇ, ਉਹਨਾਂ ਦਾ ਉੱਠਣਾ ਬੈਠਣਾ ਥੋੜਾ ਵੱਖਰਾ ਹੋ ਜਾਇਆ ਕਰਦਾ ਹੈ। ਮੰਦ ਬੁੱਧੀ ਰਹਿ ਜਾਂਦੇ ਨੇ ਕਈ, ਜੇ ਸ਼ਬਦ ਨਾਲ ਸਾਂਝ ਨਾ ਪਾ। ਬੜੇ ਯਤਨ ਕੀਤੇ ਜਾ ਰਹੇ ਨੇ ਅੱਜ ਕੱਲ੍ਹ। ਫਿਰ ਮੈਨੂੰ ਕਹਿ ਲੈਣ ਦੇਣਾ, ਧੰਨਵਾਦ ਨਾ ਕਰੀਏ ਸੱਚੇ ਪਾਤਸ਼ਾਹ, ਸ਼ੁਕਰ ਹੈ ਤੂੰ ਸਾਨੂੰ 2 ਕੰਨ ਦਿੱਤੇ, ਜੇ ਕਿਤੇ ਨਾ ਦਿੰਦਾ ਨਾ ਅਸੀਂ ਵੀ ਗੂੰਗੇ ਹੋਣਾ ਸੀ, ਅਸੀਂ ਵੀ ਗੂੰਗੇ ਹੋਣਾ ਸੀ। ਜੇ ਤੂੰ ਸਾਨੂੰ ਨਾ ਦਿੰਦਾ ਅਸੀਂ ਵੀ ਮੰਦ ਬੁੱਧੀ ਹੋਣਾ ਸੀ। ਜੇ ਤੂੰ ਕੰਨ ਨਾ ਦਿੰਦਾ ਸਾਨੂੰ ਵੀ ਪਤਾ ਨਹੀਂ ਸੀ ਲੱਗਣਾ ਵੀ ਕਿਵੇਂ ਬੈਠੀ ਦਾ ਉੱਠੀ ਦਾ, ਸਲੀਕੇ ਦਾ ਪਤਾ ਨਹੀਂ ਸੀ ਲੱਗਣਾ। ਧੰਨਵਾਦ ਕਰੀਏ ਸੱਚੇ ਪਾਤਸ਼ਾਹ, ਤੂੰ ਸਾਨੂੰ ਕੰਨ ਦਿੱਤੇ। ਪਰ ਮੇਰੇ ਮਾਲਕ ਕਹਿੰਦੇ ਧੰਨਵਾਦ ਕਰਨਾ ਤੇ ਨਾਲ ਜਾਚ ਸਿੱਖਣੀ ਹੈ, ਇਹਨਾਂ ਕੰਨਾਂ ਦਾ ਇਸਤੇਮਾਲ ਕਿਵੇਂ ਕਰਨਾ ਹੈ। ਅਰਦਾਸ ਕਰਨੀ ਹੈ, ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਮੇਰੇ ਮਾਲਕਾ ਐਸੇ ਬੋਲਣਾ ਮੇਰੇ ਕੰਨਾਂ ਵਿੱਚ ਪੈਣ ਜੋ ਸਾਕਤ ਗੀਤ, ਰੱਬ ਨਾਲ ਤੋੜਨ ਵਾਲੇ ਗੀਤ, ਰੱਬ ਨਾਲ ਤੋੜਨ ਵਾਲੀ ਧੁਨ, ਰੱਬ ਦੀ ਨਾਲ ਤੋੜਨ ਵਾਲੀ ਆਵਾਜ਼, ਇਹ ਮੇਰੇ ਕੰਨਾਂ 'ਚ ਨਾ ਪਵੇ। ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਨਾ, ਇਹ ਸ਼ਰਵਣ ਹੋ ਮੇਰੇ ਹੋ ਸੱਚ ਹੈ
ਸੁਣਨੇ ਨੋ ਪਠਾਏ, ਸੱਚ ਹੈ ਸੁਣਨੇ ਨੋ ਪਠਾਏ, ਸਰੀਰ ਲਾਏ, ਲਾਇਆ ਤੁਹਾਨੂੰ ਸਰੀਰ ਦੇ ਨਾਲ, ਪਰ ਕਰਨਾ ਕੀ ਹੈ? ਸੁਣੋ ਸਤ ਬਾਣੀ। ਆ ਬਾਣੀ ਸੁਣਨੀ ਹੈ, ਕਿਉਂਕਿ ਇਹਦੇ ਨਾਲ ਹੀ ਸੁਣਿਆ ਸਤ, ਸੰਤੋਖ, ਗਿਆਨ ਦੀ ਪ੍ਰਾਪਤੀ ਹੋਣੀ ਹੈ, ਨਹੀਂ ਤੇ ਪ੍ਰਾਪਤੀ ਨਹੀਂ ਹੋ ਸਕਦੀ। ਫਿਰ ਮੇਰੇ ਮਾਲਕ ਨੇ ਦੇਖਿਆ ਵੀ ਮਨੁੱਖ ਜਿਹੜਾ ਹੈ ਨਾ ਚਲਾਕ ਬਹੁਤ ਹੈ, ਦਿਮਾਗ ਦਿੱਤਾ ਮੇਰੇ ਮਾਲਕ ਨੇ, ਇਹਦੇ ਨਾਲ ਇਹਨੇ ਚਲਾਕੀਆਂ ਵੀ ਸਿੱਖ ਲਈਆਂ, ਹੇਰਾ ਫੇਰੀਆਂ ਵੀ ਸਿੱਖ ਲਈਆਂ। ਇਹਨੇ ਕਹਿਣਾ ਵੀ ਸੁਣਨ ਦੀ ਗੱਲ ਹੀ ਹੈ, ਸੁਣ ਲੈਂਦੇ ਆ। ਅੱਜ ਧਰਮ ਦੀ ਦੁਨੀਆ ਦੇ ਵਿੱਚ ਪੜ੍ਹਨ ਦੀ ਗਿਣਤੀ ਬਹੁਤ ਹੈ, ਸੁਣਨ ਦੀ ਗਿਣਤੀ ਵੀ ਹੈ, ਪਰ ਮੰਨਣ ਵਾਲਿਆਂ ਦੀ ਗਿਣਤੀ ਇਹ ਬਹੁਤ ਘੱਟ ਹੈ। ਸਾਡੀ ਗਿਣਤੀ ਵੱਧ ਰਹੀ ਹੈ। 1001 ਅਖੰਡ ਪਾਠ ਦੀ ਲੜੀ, ਇੰਨੇ ਪਾਠਾਂ ਦੀਆਂ ਲੜੀਆਂ, ਗਿਣਤੀ ਵੱਧ ਰਹੀ ਹੈ। 151ਵਾਂ ਗੁਰਮਤਿ ਸਮਾਗਮ, ਗਿਣਤੀ ਵੱਧ ਰਹੀ ਹੈ। 100 ਕੁਝ ਮਹਾਨ ਕੀਰਤਨ ਦਰਬਾਰ, ਗਿਣਤੀ ਵੱਧ ਰਹੀ ਹੈ। ਪਰ ਜੇ ਅਸੀਂ ਵੇਖੀਏ ਵੀ ਇਸ ਗਿਣਤੀ ਦੇ ਵਿੱਚ ਅਸੀਂ ਕੁਝ ਮੰਨਿਆ ਵੀ ਹੈ, ਇੰਨੀ ਵਾਰੀ ਕੀਰਤਨ ਦਰਬਾਰ ਹੋਏ, ਇੰਨੀ ਵਾਰੀ ਪਾਠ ਪੜ੍ਹਿਆ ਗਿਆ, 101 ਅਖੰਡ ਪਾਠ ਰਖਾ ਦਿੱਤੇ, ਪਰ ਕੀ ਇੱਕ ਬੰਦਾ ਵੀ ਬੈਠ ਕੇ ਸੁਣ ਰਿਹਾ ਪੂਰਾ? ਚਾਹੀਦਾ ਤੇ ਇਹ ਸੀ ਭਾਵੇਂ ਇੱਕੋ ਹੀ ਪਾਠ ਹੁੰਦਾ ਹੋਵੇ, ਬੈਠ ਕੇ ਸੁਣੀਏ। ਇਕੱਲੇ ਪਾਠੀ ਸਾਹਿਬ ਤਾਂ ਨਹੀਂ, ਕਿਤੇ ਅਸੀਂ ਸੁਣ ਵੀ ਨਹੀਂ ਰਹੇ, ਅਸੀਂ ਵਿਚਾਰ ਵੀ ਨਹੀਂ ਰਹੇ, ਅਸੀਂ ਮੰਨ ਵੀ ਨਹੀਂ ਰਹੇ। ਤੇ ਜੇ ਕਿਤੇ ਮਾੜਾ ਮੋਟਾ ਡਰ ਆਉਂਦਾ ਹੈ, ਅਸੀਂ ਘਰ ਦੇ ਵਿੱਚ ਕਈ ਵਾਰੀ ਟੇਪ ਰਿਕਾਰਡਰ ਰਾਹੀਂ, ਟੈਲੀਵਿਜ਼ਨ ਰਾਹੀਂ ਲਾ ਦਿੰਦੇ ਹਾਂ, ਚਲ ਕੰਨਾਂ 'ਚ ਆਵਾਜ਼ ਪੈਂਦੀ ਰਹੇ। ਪਰ ਮੇਰੇ ਮਾਲਕ ਨੇ ਸੁਣਨ ਤੋਂ ਬਾਅਦ ਇੱਕ ਗੱਲ ਹੋਰ ਕਰ ਦਿੱਤੀ, ਜੇ 4 ਪੌੜੀਆਂ ਸੁਣੇ ਦੀਆਂ ਨਾ, 4 ਹੀ ਪੌੜੀਆਂ ਮੰਨੇ ਦੀਆਂ। ਮੇਰੇ ਮਨ 'ਚ ਖਿਆਲ ਆਉਂਦਾ ਵੀ ਸੱਚੇ ਪਾਤਸ਼ਾਹ ਜੀ 3 ਦਿੰਦੀ ਆ, ਫਿਰ ਕੀ ਹੁੰਦਾ? ਤੇ ਮਨ ਨੇ ਜਵਾਬ ਦਿੱਤਾ ਵੀ ਤੂੰ ਚਲਾਕ ਬਹੁਤ ਹੈ, ਤੂੰ ਕਹਿਣਾ ਸੀ ਸੁਣਨ ਦੀਆਂ 4 ਹੈ, ਮੰਨਣ ਦੀਆਂ 3 ਹੈ। ਸੁਣਨਾ ਜ਼ਿਆਦਾ, ਮੰਨਣਾ ਘੱਟ ਹੈ। ਮਨੁੱਖ ਦੀ ਆਦਤ ਹੈ, ਮਨੁੱਖ ਰਾਹ ਲੱਭ ਲੈਂਦਾ ਹੈ। ਹਜ਼ੂਰ ਨੇ 4 ਹੀ ਪੌੜੀਆਂ, ਜਿੰਨਾ ਸੁਣਨਾ ਉਨਾ ਹੀ ਮੰਨਣਾ ਹੈ, 100% ਹੀ ਮੰਨਣਾ ਹੈ। ਕਿਤੇ ਮਨ ਵਿੱਚ ਇਹ ਖਿਆਲ ਨਾ ਹੋਵੇ ਵੀ ਜ਼ਿਆਦਾ ਸੁਣ ਲਿਆ, ਮੰਨਿਆ ਥੋੜਾ ਜਿਹਾ ਹੀ। ਹਜ਼ੂਰ ਕਹਿੰਦੇ 100% ਮੰਨਣਾ ਹੈ, 100%। ਫਿਰ ਕੀ ਹੋਏਗਾ? ਹਜ਼ੂਰ ਕਹਿਣ ਲੱਗੇ ਧਰਮ ਨਾਲ ਸੰਬੰਧੀ ਤਾਂ ਬਣਨਾ, ਨਹੀਂ ਤਾਂ ਬਣਨਾ ਹੀ ਨਹੀਂ। ਮੰਨੈ ਧਰਮ ਸੇਤੀ ਸੰਬੰਧ, ਮੰਨਣ ਨਾਲ ਹੀ ਧਰਮ ਨਾਲ ਸੰਬੰਧ ਬਣੇਗਾ। ਫਿਰ ਮੈਨੂੰ ਕਹਿ ਲੈਣ ਦੇਣਾ ਜੇ ਮੈਂ ਕਹਿੰਦਾ ਮੈਂ ਸਿੱਖ ਧਰਮੀ ਹਾਂ, ਤੇ ਹਜ਼ੂਰ ਕਹਿੰਦੇ ਮੰਨਿਆ, ਜੇ ਮੰਨਿਆ ਤੇ ਹੈ, ਨਹੀਂ ਮੰਨਿਆ ਤੇ ਨਹੀਂ। ਔਰ ਇਹ ਬਚਨ ਸਭ ਵਾਸਤੇ ਸਾਂਝੇ ਹੈ, ਸਭ ਵਾਸਤੇ। ਸਾਰੇ ਪਾਸੇ ਜਿੰਨੇ ਵੀ ਅਸੀਂ ਵੱਖ-ਵੱਖ ਧਰਮਾਂ ਦੀ ਗੱਲ ਕਰਦੇ ਆ ਨਾ, ਹੈ ਤੇ ਇਨਸਾਨੀ ਬਿਰਤੀ ਹੈ ਨਾ। ਪੜ੍ਹਨ ਦੀ ਗਿਣਤੀ ਸਾਰਿਆਂ ਕੋਲ ਹੈ, ਮੰਨਣ ਦੀ ਗਿਣਤੀ ਪਦਮ ਪੁਰਾਣ ਹੈ, ਹਿੰਦੂ ਵੀਰਾਂ ਦਾ ਧਾਰਮਿਕ ਗ੍ਰੰਥ ਹੈ। ਜਦੋਂ ਅਸੀਂ ਕੰਪੈਰੀਟਿਵ ਸਟੱਡੀ ਕਰਦੇ ਹਾਂ, ਵੱਖ-ਵੱਖ ਧਰਮ ਪੜ੍ਹਨੇ ਚਾਹੀਦੇ ਆ, ਪੜ੍ਹਦੇ ਵੀ ਆ। ਹੁਣ ਉਹਦੇ ਵਿੱਚ ਇੱਕ ਬਚਨ ਪੜ੍ਹਨ ਨੂੰ ਮਿਲੇ, ਥੋੜੀ ਭਾਸ਼ਾ ਉਸ ਦੀ ਅਲੱਗ ਹੈ, ਹੋ ਸਕਦਾ ਹੈ ਮੇਰੇ ਉਚਾਰਨ ਵਿੱਚ ਥੋੜਾ ਅੱਗੇ ਪਿੱਛੇ ਹੋ ਜਾਏ, ਪਰ ਉਹਦੇ ਅਰਥ ਜਿਹੜੇ ਨੇ ਉਹ ਮੈਂ ਆਪ ਨਾਲ ਸਾਂਝੇ ਕਰਾਂਗਾ। ਵਿਜਿਆ ਕਲਪੰਤ ਏਕੰਤ, ਵਿਜਿਆ ਕਹਿੰਦੇ ਨੇ ਭੰਗ ਨੂੰ, ਕਲਪੰਤ ਕਹਿੰਦੇ ਨੇ ਨਰਕ ਨੂੰ, ਏਕੰਤ ਮੈਨੇ ਇੱਕ। ਮੈਂ ਫਿਰ ਕਹਾਂ ਹੋ ਸਕਦਾ ਹੈ ਸ਼ਬਦਾਵਲੀ ਅੱਗੇ ਪਿੱਛੇ ਹੋ ਜਾਏ, ਕਿਉਂਕਿ ਸਾਡੀ ਭਾਸ਼ਾ ਨਹੀਂ ਹੈ। ਵਿਜਿਆ ਕਲਪੰਤ ਏਕੰਤ, 10 ਕਲਪੰਤ ਨਾਗਨੀ। ਨਾਗਨੀ ਕਹਿੰਦੇ ਨੇ ਅਫੀਮ ਨੂੰ, ਕਹਿੰਦੇ 10 ਨਰਕ ਮਿਲਣਗੇ ਜੋ ਅਫੀਮ ਖਾਂਦਾ ਹੈ। ਬਾਰਨੇ ਸਹੰਸਰ ਕਲਪੰਤ, ਬਾਰਨੇ ਕਹਿੰਦੇ ਨੇ ਸ਼ਰਾਬ ਨੂੰ, ਸਹੰਸਰ ਮੈਨੇ ਹਜ਼ਾਰਾਂ, ਉਹਨੂੰ ਹਜ਼ਾਰਾਂ ਹੀ ਨਰਕ ਮਿਲਣਗੇ ਜੋ ਸ਼ਰਾਬ ਪੀਂਦਾ ਹੈ। ਤੇ ਅਖੀਰ ਵਿੱਚ ਕਿਹਾ ਧੂਮਰਪਾਨ ਅਸੰਖਿਆਨ ਵਿਦਿਆ, ਤੇ ਜੋ ਧੂਏ ਦਾ ਸੇਵਨ ਕਰਦਾ ਹੈ ਕਹਿੰਦੇ ਗਿਣੇ ਹੀ ਨਹੀਂ ਜਾ ਸਕਦੇ ਵੀ ਇਹਨੂੰ ਕਿੰਨੇ ਕੁ ਨਰਕ ਮਿਲਦੇ ਆ। ਹੁਣ ਹੈ ਤੇ ਹਿੰਦੂ ਵੀਰਾਂ ਦਾ ਧਾਰਮਿਕ ਗ੍ਰੰਥ ਹੈ, ਪਰ ਧੂਏ ਦਾ ਸੇਵਨ ਕਰਨ ਵਾਲੇ, ਬੀੜੀ ਸਿਗਰਟ ਪੀਣ ਵਾਲੇ, ਉਹ ਵੀ ਆਪਣੇ ਆਪ ਨੂੰ ਕਹਿਣ ਸੀ ਹਿੰਦੂ ਹੈ।
ਇਹਦਾ ਮਤਲਬ ਅਸੀਂ ਧਾਰਮਿਕ ਗ੍ਰੰਥਾਂ ਨੂੰ ਪੜ੍ਹਿਆ ਹੀ ਹੈ, ਸੁਣਿਆ ਹੀ ਹੈ, ਮੰਨਿਆ ਨਹੀਂ ਹੈ। ਨਹੀਂ, ਉਹਦੇ ਵਿੱਚ ਸਾਰੇ ਨਸ਼ੇ ਛੱਡਣ ਦੀ ਗੱਲ ਹੀ ਹੈ ਨਾ। ਬਿਲਕੁਲ ਇਸੇ ਤਰੀਕੇ ਦੇ ਨਾਲ ਸਿੱਖ ਦੀ ਪਰਿਭਾਸ਼ਾ ਮੇਰੇ ਮਾਲਕ ਨੇ ਦਿੱਤੀ ਗੁਰੂ ਗ੍ਰੰਥ ਸਾਹਿਬ ਵਿੱਚ। ਸਿੱਖ ਪੜ੍ਹਦਾ ਵੀ ਹੈ, ਸੁਣਦਾ ਵੀ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਧਿਆਵੈ। ਹੁਣ ਉਹ ਸ਼ਬਦ ਪੂਰਾ ਆਪਣੇ ਸਾਹਮਣੇ ਰੱਖੀਏ, ਫਿਰ ਆਪਣੇ ਆਪ ਨੂੰ ਨੰਬਰ ਦਈਏ। ਪਹਿਲੀ ਪੰਕਤੀ ਦੇ 10 ਨੰਬਰ ਜੇ ਲਾਉਂਦੇ ਆ, ਮੈਂ ਕਿੰਨੇ ਲਏ? ਸਵੇਰੇ ਉੱਠ ਕੇ ਰੱਬ ਚੇਤੇ ਆਇਆ ਕਿ ਅਖਬਾਰ ਚੇਤੇ ਆ ਗਈ, ਚਾਹ ਦਾ ਕੱਪ ਚੇਤੇ ਆ ਗਿਆ? ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ। ਕਿ ਨਿਤਨੇਮ ਬਾਣੀਆਂ ਵੱਲ ਧਿਆਨ ਗਿਆ। ਆਪਾਂ ਨਿਤਨੇਮ ਅੰਮ੍ਰਿਤਸਰ ਨਹਾਵੇ ਦਾ ਮਤਲਬ ਇਹੀ ਹੈ, ਘਰ ਬੈਠ ਕੇ ਇਹ ਸਭ ਕੁਝ ਕੰਮ ਕਰ ਲੈਣਾ ਸੀ। ਜੇ ਨਹੀਂ ਕੀਤਾ ਤੇ ਦਈਏ ਆਪਣੇ ਆਪ ਨੂੰ ਨੰਬਰ। ਫਿਰ ਚੜ੍ਹਾ ਦਿਵਸ ਗੁਰਬਾਣੀ ਗਾਵੇ ਦੀ ਗੱਲ ਹੈ, ਬਹਿੰਦਿਆਂ ਉੱਠਦਿਆਂ ਹਰਨਾਮ ਧਿਆਉਣ ਦੀ ਗੱਲ ਹੈ, ਦਈਏ ਆਪਣੇ ਆਪ ਨੂੰ ਨੰਬਰ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਦੀ ਗੱਲ ਹੈ, ਦਈਏ ਆਪਣੇ ਆਪ ਨੂੰ ਨੰਬਰ। ਕਿ ਚੇਤੇ ਆਉਂਦਾ ਮੈਨੂੰ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਇਹ ਅਖੀਰ ਦੇ ਵਿੱਚ ਕਿਹਾ। ਅਸੀਂ ਤੇ ਆਪਣੇ ਪੁੱਤ ਨੂੰ ਨਹੀਂ ਕਿਹਾ ਪੁੱਤ ਜਪਜੀ ਸਾਹਿਬ ਦਾ ਪਾਠ ਕਰ ਲੈ। ਅਸੀਂ ਤੇ ਆਪਣੀ ਧੀ ਨੂੰ ਨਹੀਂ ਕਿਹਾ ਪੁੱਤਰੀ ਸੋਦਰ ਬਾਣੀ ਦਾ ਜਾਪ ਕਰ, ਮੈਂ ਸੁਣ ਲਵਾਂ ਤੇਰੇ ਕੋਲੋਂ। ਇੱਥੇ ਤੱਕ ਹੈ ਵੀ ਹੋਰਾਂ ਨੂੰ ਵੀ ਨਾਮ ਜਪਾਉਣਾ ਹੈ। ਅਸੀਂ ਤੇ ਘਰ ਬੈਠੇ ਜਿਹੜੇ ਸਾਡੇ ਆਲੇ ਦੁਆਲੇ ਨੇ ਉਹਨਾਂ ਨੂੰ ਵੀ ਪ੍ਰੇਰਿਤ ਨਹੀਂ ਕਰ ਸਕੇ। ਮੈਂ ਇੱਕ ਬੇਨਤੀ ਕਰਾਂ, ਆਪਾਂ ਸਾਰੇ ਇਸ ਦੇ ਵੱਲ ਧਿਆਨ ਦਈਏ। ਜ਼ਿੰਮੇਵਾਰੀਆਂ ਦੇਖੋ ਅਸੀਂ ਨਿਭਾਉਂਦੇ ਹਾਂ, ਨਿਭਾਉਣੀਆਂ ਚਾਹੀਦੀਆਂ। ਜਿਹੜਾ ਜ਼ਿੰਮੇਵਾਰੀ ਨਾ ਨਿਭਾਏ ਉਹਨੂੰ ਚੰਗਾ ਨਹੀਂ ਕਿਹਾ ਜਾ ਸਕਦਾ। ਅਸੀਂ ਆਪਣੇ ਧੀਆਂ ਪੁੱਤਰਾਂ ਨੂੰ ਜੋ 10 15 20 25 ਸਾਲ ਦੇ ਨੇ ਅਸੀਂ ਪੜ੍ਹਾਇਆ ਹੈ ਨਾ। ਤੁਹਾਡਾ ਬੇਟਾ ਕੀ ਕਰਦਾ ਹੈ ਜੀ? ਉਹ ਜੀ ਹੁਣ B.Com 'ਚ ਹੈ। ਉਹ ਕੀ ਕਰਦਾ ਹੈ? ਉਹ ਜੀ ਇੰਜੀਨੀਅਰ ਦੀ ਤਿਆਰੀ ਕਰ ਰਿਹਾ ਹੈ। ਉਹਨੇ ਜੀ ਮੈਡੀਕਲ ਰੱਖਿਆ। ਇੱਦਾਂ ਹੀ ਹੈ ਨਾ ਜੀ, ਅਸੀਂ ਕਹਿੰਦੇ ਆ ਨਾ ਜੀ। ਸੰਥਾ ਦਿੱਤੀ ਆਪਣੇ ਬੱਚਿਆਂ ਨੂੰ, ਨਿਤਨੇਮ ਬਾਣੀ ਦੀ ਸੰਥਿਆ ਦਿੱਤੀ ਆਪਣੇ ਬੱਚਿਆਂ ਨੂੰ, ਕਰਵਾਈ, ਇੰਤਜ਼ਾਮ ਕੀਤਾ। ਕਦੇ ਭਾਈ ਸਾਹਿਬ ਜੀ ਨੂੰ ਆ ਕੇ ਬੇਨਤੀ ਕੀਤੀ ਸਾਡੇ ਬੱਚੇ ਨੂੰ ਜਪਜੀ ਸਾਹਿਬ ਦੀ ਸੰਥਾ ਦੇ ਦਿਓ, ਸਾਡੇ ਬੱਚੇ ਨੂੰ ਸਹਿਜ ਪਾਠ ਦੀ ਸੰਥਾ ਦੇ ਦਿਓ। ਜੇ ਨਹੀਂ ਫਿਰ ਆਪਣੇ ਅੰਦਰ ਸਵਾਲ ਪੈਦਾ ਕਰੀਏ ਵੀ ਮੈਂ ਦੁਨਿਆਵੀ ਤੌਰ ਉੱਤੇ ਤੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ, ਅਧਿਆਤਮਿਕ ਤੌਰ ਤੇ ਨਹੀਂ ਨਿਭਾਈ। ਮੈਨੂੰ ਕਹਿ ਲੈਣ ਦੇਣਾ, ਅਸੀਂ ਤੇ ਪੰਜਾਬੀ ਵੀ ਨਹੀਂ ਅੱਗੇ ਦੇ ਪਾ ਰਹੇ, ਭਾਸ਼ਾ ਵੀ ਨਹੀਂ ਦੇ ਪਾ ਰਹੇ। ਸਾਡੇ ਬੱਚੇ ਹਿੰਦੀ ਬੋਲਦੇ ਆ। ਜੇ ਅਸੀਂ ਪੰਜਾਬ ਤੋਂ ਦੂਰ ਬੈਠੇ ਹਾਂ, ਜ਼ਿੰਮੇਵਾਰੀ ਤੇ ਕੋਲ ਹੈ ਕਿ ਉਹ ਵੀ ਦੂਰ ਹੋ ਗਈ? ਉਹ ਤੇ ਕੋਲ ਹੀ ਹੈ ਨਾ। ਇੱਥੇ ਜੇ ਸਾਰੇ ਹੋਰ ਭਾਸ਼ਾ ਬੋਲਣ ਵਾਲੇ ਆ, ਸਾਡੇ ਬੱਚੇ ਨੂੰ ਉਹ ਭਾਸ਼ਾ ਆਵੇ, ਪਰ ਇਹਦਾ ਮਤਲਬ ਇਹ ਤੇ ਨਹੀਂ ਪੰਜਾਬੀ ਚਲੀ ਜਾਵੇ। ਯਾਦ ਰੱਖਣਾ, ਭਾਸ਼ਾ ਦਾ ਸਥਾਨ ਜੀਵਨ ਦੇ ਵਿੱਚ ਉਹ ਸਥਾਨ ਹੈ ਜੋ ਬਾਕੀ ਗਿਆਨ ਦਾ ਨਹੀਂ ਹੋ ਸਕਦਾ। ਮੈਂ ਇਹ ਗੱਲ ਕਿਉਂ ਕਹਿ ਰਿਹਾ, ਮੇਰੇ ਸਾਹਮਣੇ ਕੁਝ ਉਦਾਹਰਨਾਂ ਆਉਂਦੀਆਂ। ਬੰਦੇ ਦਾ ਐਕਸੀਡੈਂਟ ਹੋਇਆ, ਕਹਿੰਦੇ ਯਾਦਾਸ਼ਤ ਭੁੱਲ ਗਿਆ। ਤੂੰ ਕੌਣ ਹੈ? ਸਾਹਮਣੇ ਪਿਓ ਖੜਾ ਹੈ। ਇਹ ਕੌਣ ਹੈ? ਪੁੱਤ ਖੜਾ ਹੈ। ਮੈਂ ਕੌਣ? ਆਪਣਾ ਨਾਮ ਵੀ ਨਹੀਂ ਆਉਂਦਾ, ਪਰ ਭਾਸ਼ਾ ਬੋਲ ਰਿਹਾ। ਭਾਸ਼ਾ ਨਹੀਂ ਭੁੱਲ ਰਹੀ, ਲੈਂਗੁਏਜ ਨਹੀਂ ਭੁੱਲ ਰਹੀ, ਗੂੰਗਾ ਨਹੀਂ ਹੋ ਗਿਆ ਉਹ। ਬੰਦਾ ਆਪਣਾ ਨਾਮ ਭੁੱਲ ਗਿਆ, ਆਪਣੇ ਰਿਸ਼ਤਿਆਂ ਨੂੰ ਭੁੱਲ ਗਿਆ, ਪਰ ਤੁਸੀਂ ਵੇਖੋ ਬੰਦਾ ਭਾਸ਼ਾ ਨੂੰ ਨਹੀਂ ਭੁੱਲਿਆ। ਸਾਡੇ ਬੱਚੇ ਭਾਸ਼ਾ ਭੁੱਲ ਗਏ। ਸਗੋਂ ਭਾਸ਼ਾ ਤਾਂ ਇੰਨੀ ਆਪਣੀ ਹੁੰਦੀ ਹੈ ਵੀ ਸਭ ਕੁਝ ਭੁੱਲ ਜਾਏ ਉਹ ਫਿਰ ਰਹਿੰਦੀ ਹੈ। ਆਓ ਅਸੀਂ ਜ਼ਿੰਮੇਵਾਰੀ ਸਮਝੀਏ, ਨਿਭਾਈਏ। ਪੰਜਾਬੀ ਆਏਗੀ ਤਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਉਹ ਮੋਤੀ ਹੀਰੇ ਲੈ ਸਕੇਗਾ ਨਾ, ਤਾਂ ਹੀ ਮਨ ਪਾਏਗਾ। ਸੁਣਨ ਤੋਂ ਬਾਅਦ ਮੇਰੇ ਮਾਲਕ ਕਹਿਣ ਲੱਗੇ, ਮੰਨੇ ਕੀ ਗਤ
ਕਹੀ ਨਾ ਜਾਏ। ਮੰਨਣ ਵਾਲੇ ਦੀ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਜਿੰਨਾ ਸੁਣਨਾ ਓਨਾ ਹੀ ਮੰਨਣਾ। ਕਿਤੇ ਐਸਾ ਨਾ ਹੋਵੇ ਵੀ ਅਸੀਂ ਮੰਨੀਏ ਹੀ ਨਾ। ਜੇ ਨਹੀਂ ਮੰਨਾਂਗੇ ਧਰਮ ਨਾਲ ਸੰਬੰਧ ਨਹੀਂ ਪੈਦਾ ਹੋਏਗਾ। ਮੰਨੈ ਧਰਮ ਸੇਤੀ ਸੰਬੰਧ। ਜੇ ਨਹੀਂ ਮੰਨਾਂਗੇ ਫਿਰ ਡੰਡੇ ਵੀ ਖਾਵਾਂਗੇ, ਕੁੱਟ ਵੀ ਪਏਗੀ। ਜਿਹੜਾ ਨਹੀਂ ਮੰਨਦਾ ਉਹਨੂੰ ਪੈਂਦੀ ਹੈ। ਸਕੂਲ ਦੇ ਵਿੱਚ ਆ ਜਿਹੜਾ ਬਜ਼ੁਰਗਾਂ ਦਾ ਸਮਾਂ ਹੈ, ਅਜੋਕਾ ਸਮਾਂ ਥੋੜਾ ਜਿਹਾ ਅਲੱਗ ਪ੍ਰਕਾਰ ਦਾ। ਸਾਡਾ ਸਮਾਂ ਸੀ ਮਾਸਟਰ ਜੀ ਦੇ ਹੱਥ 'ਚ ਇੱਕ ਹੱਥ 'ਚ ਕਿਤਾਬ ਹੁੰਦੀ ਸੀ ਤੇ ਦੂਜੇ ਹੱਥ 'ਚ ਡੰਡਾ ਹੁੰਦਾ ਸੀ। ਹੁਣ ਜਿਹਨੇ ਤੇ ਗੱਲ ਮੰਨੀ ਹੈ, ਹੋਮਵਰਕ ਕਰਕੇ ਆਇਆ, ਯਾਦ ਕਰਕੇ ਆਇਆ, ਸਬਕ ਤਿਆਰੀ ਕਰਕੇ ਆਇਆ ਟੈਸਟ ਦੀ, ਉਹਨੂੰ ਡੰਡੇ ਤੋਂ ਕੋਈ ਡਰ ਹੀ ਨਹੀਂ ਸੀ ਲੱਗਦਾ, ਕਿਉਂਕਿ ਪਤਾ ਵੀ ਇਹ ਮੇਰੇ ਵਾਸਤੇ ਨਹੀਂ ਹੈ। ਉਹ ਤੇ ਅੱਗੇ ਜਾ ਕੇ ਸਗੋਂ ਬੜੇ ਸਤਿਕਾਰ ਪਿਆਰ ਦੇ ਨਾਲ ਵਿਸ਼ ਵੀ ਕਰਦਾ ਸੀਗਾ। ਉਹਨੂੰ ਕੋਈ ਘਬਰਾਹਟ ਨਹੀਂ, ਕੋਈ ਡਰ ਨਹੀਂ। ਮਾਸਟਰ ਦੇ ਹੱਥ ਡੰਡਾ ਹੈਗਾ ਪਰ ਉਹਨੂੰ ਪੈਣਾ ਨਹੀਂ ਹੈ, ਕਿਉਂਕਿ ਉਹਨੇ ਮੰਨੀ ਹੋਈ ਗੱਲ। ਪਰ ਮੇਰੇ ਵਰਗੇ ਕੁਝ ਬੰਦੇ ਅਵੇਸਲੇ, ਕੋਈ ਤਿਆਰੀ ਨਹੀਂ ਕਰਕੇ ਆਏ, ਉਹ ਤੇ ਮਾਸਟਰ ਨੂੰ ਵੇਖ ਕੇ ਰਸਤਾ ਬਦਲ ਲੈਂਦੇ ਸੀ। ਪਤਾ ਜਿਹੜਾ ਹੱਥ ਡੰਡਾ ਉਹ ਮੇਰੇ ਵਾਸਤੇ ਹੀ ਹੈ, ਉਹ ਮੈਨੂੰ ਹੀ ਪੈਣਾ ਹੈ। ਅਰਦਾਸਾਂ ਕਰਦੇ ਸੀ ਕਿਤੇ ਅੱਜ ਪੁੱਛ ਨਾ ਲਏ, ਕਿਤੇ ਮੈਨੂੰ ਨਾ ਉਠਾ ਲਵੇ, ਕਿਤੇ ਟੈਸਟ ਹੋ ਨਾ ਜਾਏ। ਕਿਉਂ? ਨਹੀਂ ਤਾਂ ਉਹ ਡੰਡਾ ਉਹ ਮੇਰੇ ਵਾਸਤੇ ਹੀ ਹੈ, ਕਿਉਂਕਿ ਮੰਨੀ ਨਹੀਂ ਗੱਲ। ਇੱਦਾਂ ਹੀ ਅਸੀਂ ਸਮਝ ਲਈਏ ਧਰਮ ਦੀ ਦੁਨੀਆ ਵਿੱਚ, ਜੇ ਅਸੀਂ ਗੁਰੂ ਦੀ ਗੱਲ ਮੰਨੀ ਨਹੀਂ ਫਿਰ ਡੰਡੇ ਤੇ ਪੈਣੇ ਆ। ਇਸੀ ਕਰਕੇ ਮੇਰੇ ਮਾਲਕ ਨੇ ਸ਼ਬਦ ਕਹੇ ਨਾ, ਮੰਨੈ ਮਾਰਗ ਠਾਕ ਨਾ ਪਾਏ। ਮੰਨਣ ਨਾਲ ਮਾਰਗ ਉੱਤੇ ਕੋਈ ਰੁਕਾਵਟ ਨਹੀਂ ਪੈਂਦੀ ਜੇ ਮੰਨਾਂਗੇ ਤਾਂ। ਮੰਨੈ ਪਤ ਸਿਉ ਪ੍ਰਗਟ ਜਾਏ। ਫਿਰ ਇੱਜ਼ਤ ਨਾਲ ਮਨੁੱਖ ਜਾਂਦਾ, ਕਿਉਂਕਿ ਮੰਨਿਆ। ਤੇ ਨਾਲ ਹੀ ਕਹਿ ਦਿੱਤਾ, ਮੰਨੈ ਮੂੰਹ ਚੋਟਾਂ ਨਾ ਖਾਏ। ਮੂੰਹ ਦੇ ਉੱਤੇ ਚੋਟਾਂ ਨਹੀਂ ਸਹਾਰਨੀਆਂ ਪੈਂਦੀਆਂ, ਕਿਉਂਕਿ ਉਹ ਮੰਨਣ ਵਾਲਾ ਮੰਨਣ ਕਰਕੇ। ਅਸੀਂ ਵੀ ਮੰਨੀਏ। ਜੇ ਮੰਨਾਂਗੇ ਸਾਨੂੰ ਚੋਟਾਂ ਦਾ ਡਰ ਨਹੀਂ ਰਹੇਗਾ, ਸਾਨੂੰ ਜਮਾਂ ਦਾ ਡਰ ਨਹੀਂ ਰਹੇਗਾ। ਇਹ ਵੀ ਬਚਨ ਪੜ੍ਹਦੇ, ਮੰਨੈ ਜਮ ਕੈ ਸਾਥ ਨਾ ਜਾਏ। ਪੁਲਿਸ ਉਹਨੂੰ ਫੜ ਕੇ ਲੈ ਕੇ ਜਾਵੇ ਜਿਹੜੇ ਨਹੀਂ ਮੰਨਦੇ ਕਾਨੂੰਨ ਦੀ ਗੱਲ, ਉਹਨੂੰ ਚੱਕ ਕੇ ਸੁੱਟੇਗੀ ਜੇਲ੍ਹ ਵਿੱਚ। ਹੁਣ ਜੋ ਕਾਨੂੰਨ ਨੂੰ ਮੰਨਦਾ ਹੈ ਉਹਨੂੰ ਪੁਲਿਸ ਨਹੀਂ ਫੜ ਕੇ ਲੈ ਕੇ ਜਾਂਦੀ। ਹੁਣ ਜਦੋਂ ਅਸੀਂ ਮਾੜਾ ਕੰਮ ਕਰਦੇ ਹਾਂ ਉਦੋਂ ਵਿਕਾਰਾਂ ਦੀ ਗ੍ਰਿਫਤ ਵਿੱਚ ਆ ਜਾਂਦੇ ਹਾਂ। ਉਦੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਘਟਦੇ ਨਹੀਂ, ਸਾਡੇ ਅੰਦਰ ਵੱਧਦੇ ਨੇ, ਸਾਨੂੰ ਆਪਣੀ ਗ੍ਰਿਫਤ ਵਿੱਚ ਲੈ ਲੈਂਦੇ ਨੇ। ਤੇ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਉਨੀਆਂ ਜੰਜੀਰਾਂ ਬਣ ਜਾਂਦੀਆਂ ਹਨ। ਮਾਲਕ ਰਹਿਮਤ ਕਰੇ ਅਸੀਂ ਗੁਰੂ ਦੇ ਬਚਨਾਂ ਨੂੰ ਸੁਣੀਏ, ਸੁਣਨ ਤੋਂ ਬਾਅਦ ਮੰਨੀਏ, ਕਿਉਂਕਿ ਸੁਣਨ ਦੇ ਨਾਲ ਹੀ ਜੁੜਨ ਦੀ ਯੁਗਤੀ ਦਾ ਪਤਾ ਲੱਗੇਗਾ, ਤਨ ਵਿਚਲੇ ਭੇਦਾਂ ਦਾ ਪਤਾ ਲੱਗੇਗਾ, ਸ਼ੁਭ ਗੁਣ ਸਾਡੇ ਜੀਵਨ ਵਿੱਚ ਆਉਣਗੇ। ਮੰਨਣ ਦੇ ਨਾਲ ਹੀ ਧਰਮ ਨਾਲ ਸੰਬੰਧ ਬਣੇਗਾ ਤੇ ਮੰਨਣ ਨਾਲ ਹੀ ਸਾਨੂੰ ਸ਼ਾਬਾਸ਼ੀ ਮਿਲੇਗੀ, ਚੋਟਾਂ ਨਹੀਂ ਸਹਾਰਨੀਆਂ ਪੈਣਗੀਆਂ। ਜਿਵੇਂ ਮੇਰੇ ਮਾਲਕ ਨੇ ਰਹਿਮਤ ਕੀਤੀ ਹੈ, ਆਪ ਨਾਲ ਸਾਂਝ ਪਾ ਸਕਿਆ ਹਾਂ ਜੀ। ਹੋਈਆਂ ਅਨੇਕ ਭੁੱਲਾਂ ਲਈ ਦਾਸ ਖਿਮਾ ਦਾ ਜਾਚਕ ਹੈ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जुग अटल ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਦਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਬਹੁਤ ਸਤਿਕਾਰਯੋਗ ਸਤਸੰਗੀ ਜਨੋ, ਭਾਗਾਂ ਵਾਲੇ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਨਾਲ ਸਾਂਝ ਬਣਾ ਰਹੇ ਸਾਂ। ਅਸਾਂ ਨੇ ਆਪਣਾ ਜੀਵਨ ਸਫਲਾ ਕਰਨਾ ਹੈ, ਕੋਸ਼ਿਸ਼ ਕਰਨੀ ਹੈ। ਜਿੱਥੇ ਆਪ ਆਉਣਾ ਹੈ ਉੱਥੇ ਨਾਲ ਬੱਚਿਆਂ ਨੂੰ ਵੀ ਜ਼ਰੂਰ ਲੈ ਕੇ ਆਉਣਾ ਹੈ। ਬੱਚਿਆਂ ਨੂੰ ਭਾਈ ਸਾਹਿਬ ਜੀ ਨੇ ਵੀ ਗੱਲ ਕੀਤੀ ਵੀ ਆਉਣ ਵਾਲੀ ਪੀੜ੍ਹੀ ਨੂੰ ਜੇਕਰ ਪੰਜਾਬੀ ਭਾਸ਼ਾ ਨਹੀਂ ਦੇ ਸਕੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਤੋਂ ਬਹੁਤ ਜ਼ਿਆਦਾ ਦੂਰ ਚਲੇ ਜਾਣਗੇ। ਸੋ ਕੋਸ਼ਿਸ਼ ਕਰਨੀ ਹੈ ਅਸੀਂ ਨਾਲ ਨਾਲ ਬੱਚਿਆਂ ਨੂੰ ਵੀ